ਸੋ ਸੰਧੂ ਸਾਹਿਬ ਜੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ ਜੀ ਤੇ ਹੁਣ ਇਹ ਖਬਰਾਂ ਆ ਰਹੀਆਂ ਵੀ ਜਿਹੜੇ ਸੰਗਰੂਰ ਦੇ ਵਿੱਚ ਬਾਈ ਇਲੈਕਸ਼ਨ ਹੋਇਆ ਵੋਟਾਂ ਸਿਰਫ 36% ਦੀ ਪਈਆਂ ਜੀ। ਕੱਲ੍ਹ ਵੋਟਾਂ ਪਈਆਂ ਜੀ ਸੰਗਰੂਰ ਲੋਕ ਸਭਾ ਉਪ ਚੋਣ ਦੇ ਉੱਤੇ, ਔਰ ਜਿਹਦੇ ਉੱਤੇ ਵੱਡੀਆਂ ਪਾਰਟੀਆਂ ਦਾ ਵਕਾਰ ਦਾ ਦੇ ਉੱਤੇ ਲੱਗਾ ਹੋਇਆ ਹੈ। ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਦਾ ਵਕਾਰ ਦਾ ਉੱਤੇ ਲੱਗਾ ਆ। ਉਹਨਾਂ ਦੇ ਲਈ ਇਹ ਬੜੀ ਵਕਾਰੀ ਸੀਟ ਸੀ ਔਰ ਉਹ ਹਰ ਹਾਲਤ ਦੇ ਵਿੱਚ ਇਸ ਨੂੰ ਜਿੱਤਣਾ ਚਾਹੁੰਦੇ ਸੀ ਔਰ ਦਾਅਵੇ ਵੀ ਕਰ ਰਹੇ ਸੀ ਕਿ ਅਸੀਂ ਬੜੀ ਵੱਡੀ ਜਿੱਤ ਹਾਸਲ ਕਰਾਂਗੇ। ਸੰਗਰੂਰ ਦੇ ਲੋਕਾਂ ਨੇ ਜਿਸ ਤਰ੍ਹਾਂ ਪਹਿਲਾਂ 2 ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਨੂੰ 2014 ਵਿੱਚ 2019 ਦੇ ਵਿੱਚ ਜਿਤਾਇਆ, ਇਸ ਵਾਰ ਵੀ ਉਹ ਉਹੀ ਭਰੋਸਾ ਪ੍ਰਗਟ ਕਰਨਗੇ ਜਿਸ ਤਰ੍ਹਾਂ ਦਾ ਉਹਨਾਂ ਨੇ ਅਸੈਂਬਲੀ ਚੋਣਾਂ ਦੇ ਵਿੱਚ ਵੀ ਪੰਜਾਬ ਦੇ ਵੋਟਰਾਂ ਨੇ ਕੀਤਾ ਹੈ ਅਤੇ ਸੰਗਰੂਰ ਤੋਂ ਅਸੀਂ ਵੱਡੀ ਜਿੱਤ ਹਾਸਲ ਕਰਾਂਗੇ ਜੀ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹਨਾਂ ਨੂੰ ਕਾਫੀ ਰਿਸਪੌਂਸ ਮਿਲ ਰਿਹਾ ਸੀ ਹਲਕੇ ਦੇ ਵਿੱਚ, ਅਤੇ ਇੱਥੋਂ ਇਹ ਵੀ ਲੱਗਦਾ ਸੀ ਕਿ ਸ਼ਾਇਦ ਕਾਫੀ ਵੋਟਰ ਉਹਨਾਂ ਦੇ ਹੱਕ ਦੇ ਵਿੱਚ ਵੀ ਭੁਗਤਣਗੇ। ਬਾਕੀ ਪਾਰਟੀਆਂ ਵੀ ਆਪੋ ਆਪਣਾ ਜ਼ੋਰ ਲਾ ਰਹੀਆਂ ਸੀ। ਅਸੀਂ ਇਹ ਨਹੀਂ ਕਹਿ ਸਕਦੇ ਕੌਣ ਜਿੱਤੇਗਾ ਕੌਣ ਹਾਰੇਗਾ, ਇਹ ਤਾਂ 26 ਤਰੀਕ ਨੂੰ ਹੀ ਪਤਾ ਲੱਗੇਗਾ। ਪਰ ਇੱਕ ਗੱਲ ਵਾਸੂ ਜੀ ਕਰਨੀ ਬਣਦੀ ਹੈ ਕਿ ਜਿਸ ਢੰਗ ਦੇ ਨਾਲ ਵੋਟਰ ਘਰਾਂ 'ਚੋਂ ਨਿਕਲ ਕੇ ਵੋਟ ਪਾਉਣ ਲਈ ਆਏ ਨੇ, ਬਹੁਤ ਥੋੜ੍ਹੀ ਗਿਣਤੀ ਵਿੱਚ ਆਏ ਨੇ, 35-36% ਵੋਟ ਭੁਗਤਣਾ, ਕੋਈ ਕਿਸੇ ਰਿਪੋਰਟ ਵਿੱਚ 37% ਹੀ ਲਿਖਿਆ ਹੈ, ਕਿਸੇ 'ਚ 38 ਵੀ ਲਿਖਿਆ ਹੈ, ਕਿਸੇ 'ਚ 35 ਲਿਖਿਆ, ਕਿਸੇ 'ਚ 36 ਲਿਖਿਆ, ਅਤੇ ਆਪਾਂ 36 ਵੀ ਮੰਨ ਕੇ ਚੱਲੀਏ, 37 ਵੀ ਮੰਨ ਕੇ ਚੱਲੀਏ, ਅਤੇ ਇਹ ਬੜਾ ਘੱਟ ਟਰਨਆਊਟ ਹੈ, ਬੜੀ ਘੱਟ ਵੋਟ ਹੈ। ਇਲਾਕੇ ਦੇ ਜਿਹੜੇ ਲੋਕ ਨੇ ਸੰਗਰੂਰ ਲੋਕ ਸਭਾ ਹਲਕੇ ਦੇ, ਉਹ ਘਰਾਂ 'ਚੋਂ ਬਾਹਰ ਨਿਕਲੇ ਹੀ ਨਹੀਂ ਜੀ। ਹੁਣ ਜਿਸ ਢੰਗ ਦੇ ਨਾਲ ਵੋਟ ਪਿਆ ਆ, ਇਸ ਢੰਗ ਦੇ ਨਾਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਵੀ ਉਮੀਦਵਾਰ ਉੱਥੇ ਖੜ੍ਹੇ ਸੀ, ਚਾਹੇ ਉਹ ਆਮ ਆਦਮੀ ਪਾਰਟੀ ਦਾ ਹੈ, ਚਾਹੇ ਭਾਜਪਾ ਦਾ, ਚਾਹੇ ਕਾਂਗਰਸ ਦਾ, ਚਾਹੇ ਅਕਾਲੀ ਦਲ ਦਾ, ਚਾਹੇ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਆਜ਼ਾਦ ਵੀ ਖੜ੍ਹੇ ਨੇ, ਕਈ ਖੜ੍ਹੇ ਨੇ, ਇਹ ਇੱਕ ਤਰ੍ਹਾਂ ਨਾਲ ਸਾਰਿਆਂ ਦੀ ਹਾਰ ਹੀ ਹੈ। ਆਪਾਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਸੰਗਰੂਰ ਲੋਕ ਸਭਾ ਸੀਟ ਹੈ ਜਿਹੜੀ, ਉੱਥੇ 15,70,000 ਦੇ ਕਰੀਬ ਵੋਟਰ ਸੀ ਇਸ ਵੇਲੇ, ਜਿਨ੍ਹਾਂ ਦੀ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ ਕਿ ਇਸ ਵਾਰ ਇੰਨੇ ਵੋਟਰ ਉੱਥੇ ਰਜਿਸਟਰਡ ਸੀ ਜਿਨ੍ਹਾਂ ਦੇ ਕੋਲ ਵੋਟ ਦਾ ਹੱਕ ਸੀ। ਚਲੋ 100% ਤਾਂ ਕਦੇ ਵੀ ਨਹੀਂ ਭੁਗਤਦੇ, ਪਰ ਜਿਸ ਢੰਗ ਦੇ ਨਾਲ 36-37% ਵੋਟ ਉੱਥੇ ਭੁਗਤੇ ਨੇ, ਇਹਦਾ ਮਤਲਬ ਹੈ ਕਿ 15,70,000 ਦੇ ਵਿੱਚੋਂ ਪੌਣੇ 6 ਲੱਖ ਵੋਟ ਹੈ ਜਿਹੜਾ ਉਹੀ ਭੁਗਤਿਆ ਹੈ। 9,80,90,000 ਦੇ ਕਰੀਬ ਵੋਟਰ ਉੱਥੇ ਆਏ ਨੇ, ਅਤੇ ਇਹ ਕਿਸ ਤਰ੍ਹਾਂ ਕੱਲ੍ਹ ਨੂੰ ਦਾਅਵਾ ਕਰ ਸਕਦੇ ਨੇ ਕਿ ਇਹ ਜਿਹੜਾ ਉਮੀਦਵਾਰ ਹੈ ਹਲਕੇ ਦਾ ਲੋਕਪ੍ਰਿਯ ਉਮੀਦਵਾਰ ਹੈ, ਜਾਂ ਇਸ ਨੂੰ ਸਾਰੇ ਲੋਕਾਂ ਦੀ ਹਮਾਇਤ ਹਾਸਲ ਹੈ, ਜਾਂ ਇਹ ਸਾਰੇ ਸਮੁੱਚੇ ਹਲਕੇ ਦੀ ਪ੍ਰਤੀਨਿਧਤਾ ਕਰ ਰਿਹਾ। ਲੋਕਾਂ ਨੇ ਘਰ ਬੈਠ ਕੇ ਹੀ ਉਸ ਨੂੰ ਨਕਾਰ ਕਰ ਦਿੱਤਾ, ਰੱਦ ਕਰ ਦਿੱਤਾ ਉਸ ਨੂੰ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ, ਇਸ ਸਿਸਟਮ ਦੇ ਵਿੱਚ ਸਾਡਾ ਵਿਸ਼ਵਾਸ ਨਹੀਂ ਹੈ। ਖਾਸ ਕਰਕੇ ਜਿਹੜੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਉਹਦੇ ਪ੍ਰਤੀ ਲੋਕ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ। ਭਗਵੰਤ ਮਾਨ ਦੇ ਕਹਿਣ ਅਨੁਸਾਰ ਜਿਸ ਤਰ੍ਹਾਂ ਉਹ ਕਹਿ ਰਹੇ ਸੀਗੇ ਕਿ ਜਿਹੜਾ 3 ਮਹੀਨਿਆਂ ਦੀ ਸਾਡੀ ਕਾਰਗੁਜ਼ਾਰੀ ਹੈ, ਲੋਕ ਉਹਦੇ ਉੱਤੇ ਭਰੋਸਾ ਪ੍ਰਗਟ ਕਰਦੇ ਹੋਏ ਸਾਡੇ ਹੱਕ 'ਚ ਵੋਟ ਪਾਉਣਗੇ, ਉਹ ਇਹ ਗੱਲ ਕਹਿ ਰਹੇ ਸੀ। ਵਿਰੋਧੀ ਤਰ੍ਹਾਂ ਇਹ ਕਹਿ ਰਹੀਆਂ ਸੀ ਕਿ ਜੋ ਕੁਝ 3 ਮਹੀਨਿਆਂ ਦੇ ਵਿੱਚ ਜਿਸ ਢੰਗ ਦੇ ਨਾਲ ਸਰਕਾਰ ਫੇਲ ਹੋਈ ਹੈ, ਲੋਕ ਇਹਦੇ ਵਿਰੁੱਧ ਗੁੱਸਾ ਪ੍ਰਗਟ ਕਰਨਗੇ। ਗੱਲਾਂ ਜਿਹੜੀਆਂ ਨੇ ਦੋਵੇਂ ਇੱਕੋ ਹੀ ਨੇ ਕਿ ਲੋਕਾਂ ਨੇ 3 ਮਹੀਨਿਆਂ ਦੀ ਕਾਰਗੁਜ਼ਾਰੀ ਵੇਖ ਕੇ ਵਿਰੋਧੀ ਧਿਰ ਵਾਲੀ ਗੱਲ ਜਿਹੜੀ ਹੈ ਉਹਨੂੰ ਲੱਗਦਾ ਜ਼ਿਆਦਾ ਅਹਿਮੀਅਤ ਦਿੱਤੀ ਹੈ, ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਇਹਦੇ ਵਿੱਚ ਬੜਾ ਵੱਡਾ ਫੈਕਟਰ ਰਿਹਾ, ਜਿਹਦੇ ਕਰਕੇ ਨੌਜਵਾਨ ਅਤੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ, ਕਿਉਂਕਿ ਉਹ ਹਲਕਾ ਉਹਨਾਂ ਦਾ ਸੀਗਾ ਸੰਗਰੂਰ ਮਾਨਸਾ ਨਾਲੋਂ ਨਾਲ ਹੀ ਪੈਂਦੇ ਨੇ, ਉਹਦੇ ਵਿੱਚ ਉਹਨਾਂ ਦੇ ਕਾਫੀ ਵੱਡੀ ਗਿਣਤੀ ਵਿੱਚ ਲੋਕ, ਉਸ ਖਾਸ ਕਰਕੇ ਜਦੋਂ ਕਤਲਕਾਂਡ ਹੋ ਗਿਆ ਉਹਦੇ ਤੋਂ ਬਾਅਦ ਤਾਂ ਜਿਹੜੇ ਲੋਕ ਉਸ ਨੂੰ ਘੱਟ ਪਸੰਦ ਕਰਦੇ ਸੀ ਜਾਂ ਇੰਨਾ ਚੰਗਾ ਪਸੰਦ ਨਹੀਂ ਕਰਦੇ ਸੀ, ਜਾਂ ਜਿਹੜੇ ਗਾਣੇ ਵੀ ਘੱਟ ਸੁਣਦੇ ਸੀ, ਉਹਨਾਂ ਨੂੰ ਵੀ ਇਸ ਗੱਲ ਦੇ ਨਾਲ ਹਮਦਰਦੀ ਹੋ ਗਈ ਕਿ ਇੱਕ ਨਾਗਰਿਕ ਹੈ ਜਿਹੜਾ ਪੰਜਾਬ ਦਾ, ਇੱਕ ਨਾਗਰਿਕ ਹੈ ਜਿਹੜਾ ਮਾਨਸਾ ਜ਼ਿਲ੍ਹੇ ਵਿੱਚ ਰਹਿਣ ਵਾਲਾ ਹੈ, ਜੇ ਉਸ ਨੂੰ ਥ੍ਰੈਟ ਹੈ, ਜੇ ਉਸ ਨੂੰ ਧਮਕੀ ਹੈ, ਤਾਂ ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਉਸ ਦੀ ਜਾਨ ਦੀ ਹਿਫਾਜ਼ਤ ਕੀਤੀ ਜਾਵੇ? ਅਤੇ ਉਲਟਾ ਸਰਕਾਰ ਨੇ ਉਹਦੀ ਸੁਰੱਖਿਆ ਵਾਪਸ ਲੈ ਲਈ, ਜਿਸ ਕਰਕੇ ਉਹਦਾ ਜਿਹੜਾ ਇਹ ਭਾਣਾ ਵਾਪਰਿਆ ਉਸ ਦਾ ਕਤਲ ਹੋ ਗਿਆ। ਇਸ ਗੱਲ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀ, ਬਹੁਤ ਨਾਰਾਜ਼ਗੀ ਸੀ। ਫਿਰ ਇੱਕ ਗੱਲ ਹੋਰ ਹੈ ਕਿ ਲੋਕ ਜਿਹੜੇ ਨੇ ਇਹ ਕਦੀ ਭੁੱਲਦੇ ਨਹੀਂ। ਤਾਂ ਆਪਾਂ ਨੂੰ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪਿਛਲੀਆਂ ਇਲੈਕਸ਼ਨ ਹੋਈਆਂ ਸੀਗੀਆਂ, ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ, ਉਸ ਵੇਲੇ ਲੋਕਾਂ ਨੇ ਗੁੱਸਾ ਪ੍ਰਗਟ ਕੀਤਾ ਸੀ ਅਕਾਲੀ ਦਲ ਦੇ ਖਿਲਾਫ, ਕਿਉਂਕਿ ਬਰਗਾੜੀ ਕਲਾਂ, ਬਹਿਬਲ ਕਲਾਂ ਗੋਲੀ ਕਾਂਡ ਜਿਹੜੇ ਵਾਪਰੇ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ,
ਉਹਦੇ ਖਿਲਾਫ ਸਰਕਾਰ ਨੇ ਕੁਝ ਨਹੀਂ ਕੀਤਾ ਸੀ। ਫਿਰ ਅੱਗੇ ਕੈਪਟਨ ਅਮਰਿੰਦਰ ਸਿੰਘ ਜਦੋਂ ਆਏ, ਉਹਨਾਂ ਨੇ ਢੇਰਾਂ ਵਾਅਦੇ ਕੀਤੇ ਕਿ ਅਸੀਂ ਨਸ਼ਿਆਂ ਨੂੰ ਵੀ ਨੱਥ ਪਾਵਾਂਗੇ, ਅਸੀਂ ਰੇਤ ਮਾਫੀਆ ਨੂੰ ਵੀ ਨੱਥ ਪਾਵਾਂਗੇ, ਬਹਿਬਲ ਕਲਾਂ ਬਰਗਾੜੀ ਕਲਾਂ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਾਂਗੇ। ਇਹ ਵਾਅਦੇ ਕੀਤੇ ਅਤੇ ਉਹ ਵਾਅਦੇ ਪੂਰੇ ਨਹੀਂ ਕੀਤੇ। ਲੋਕਾਂ ਨੇ ਉਹਨਾਂ ਨੂੰ ਵੀ ਚੁੱਕ ਕੇ ਪਾਸੇ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਕਿ ਅਸੀਂ ਬਿਜਲੀ ਫਰੀ ਦੇਵਾਂਗੇ, ਅਸੀਂ ਔਰਤਾਂ ਨੂੰ 1000 ਰੁਪਈਆ ਦੇਵਾਂਗੇ, ਅਸੀਂ ਰੁਜ਼ਗਾਰ ਜਿਹੜਾ ਹੈ ਉਹ ਲੋਕਾਂ ਨੂੰ, ਨੌਜਵਾਨਾਂ ਨੂੰ ਦੇਵਾਂਗੇ। ਭਗਵੰਤ ਮਾਨ ਨੇ ਕਿਹਾ ਸੀ ਕਿ ਹਰੀ ਸਿਆਹੀ ਵਾਲਾ ਪੈਨ ਆ ਜਾਵੇ ਤਾਂ ਬੇਰੁਜ਼ਗਾਰੀ ਖਤਮ ਹੋ ਜਾਏਗੀ ਪੰਜਾਬ 'ਚੋਂ। ਉਹ ਨਹੀਂ ਹੋਇਆ। ਲੋਕਾਂ ਨੇ ਉਹਨਾਂ ਦੇ ਖਿਲਾਫ ਵੀ ਗੁੱਸਾ ਪ੍ਰਗਟ ਕੀਤਾ ਹੈ। ਜਿਹੜੇ 9 ਲੱਖ ਤੋਂ ਵੱਧ ਵੋਟਰ ਘਰਾਂ 'ਚ ਹੀ ਬੈਠੇ ਰਹੇ ਨੇ, ਉਹਨਾਂ ਨੇ ਘਰ ਦੇ ਵਿੱਚ ਬੈਠ ਕੇ ਹੀ ਉਹਨਾਂ ਦੇ ਖਿਲਾਫ ਗੁੱਸਾ ਪ੍ਰਗਟ ਕੀਤਾ ਹੈ। ਹਜੇ ਕਿ ਇੰਨੇ ਉਮੀਦਵਾਰ ਮੈਦਾਨ ਦੇ ਵਿੱਚ ਸੀ, ਕੁਛ ਉਹਨਾਂ ਦੇ ਨਿੱਜੀ ਲੋਕ, ਕੁਛ ਪਾਰਟੀਆਂ ਦੇ ਵਰਕਰ, ਕੁਛ ਦੋਸਤ, ਕੁਛ ਮਿੱਤਰ, ਉਹਨਾਂ ਨੇ ਜ਼ਰੂਰ ਵੋਟ ਪਾਏ ਨੇ। ਔਰ ਇਹ ਵੀ ਤੁਸੀਂ ਦੇਖੋ ਕਿ 16 ਉਮੀਦਵਾਰ ਮੈਦਾਨ ਦੇ ਵਿੱਚ ਸੀ। ਜਿੰਨਾ ਵੋਟ ਭੁਗਤਿਆ ਹੈ 36%, ਇਹ 36% ਕਿਸੇ ਇੱਕ ਉਮੀਦਵਾਰ ਨੂੰ ਤਾਂ ਗਿਆ ਨਹੀਂ। ਜੀ ਅਕਸਰ ਇਹ ਥੋੜ੍ਹਾ ਜਾਂ ਬਹੁਤਾ ਸਾਰਿਆਂ ਦੇ ਵਿੱਚ ਵੰਡਿਆ ਗਿਆ। ਜਿਹੜੇ ਆਜ਼ਾਦ ਉਮੀਦਵਾਰ ਵੀ ਖੜੇ ਸੀ, ਉਹਨਾਂ ਨੂੰ ਵੀ ਭਾਵੇਂ ਕਿਸੇ ਨੂੰ 200 ਵੋਟ ਪਈ ਹੋਵੇ, ਕਿਸੇ ਨੂੰ 500 ਪਈ ਹੋਵੇ, ਕਿਸੇ ਨੂੰ 800 ਪਈ ਹੋਵੇ, ਵੱਡੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਜ਼ਿਆਦਾ ਵੋਟ ਪਈ ਹੋਵੇਗੀ। ਹਾਲਾਂਕਿ ਜਿਸ ਢੰਗ ਦੇ ਨਾਲ ਕੱਲ੍ਹ ਉੱਥੇ ਪੋਲਿੰਗ ਹੋ ਰਹੀ ਸੀ, ਲੋਕ ਬੂਥਾਂ ਦੇ ਉੱਤੇ ਆ ਰਹੇ ਸੀ, ਜਿੰਨੇ ਕੁ ਵੀ ਆ ਰਹੇ ਸੀ, ਉਹ ਜਿਸ ਢੰਗ ਨਾਲ ਉੱਥੇ ਪਰਚੀਆਂ ਕਟਵਾ ਕੇ ਅੰਦਰ ਵੋਟ ਪਾਉਣ ਜਾਂਦੇ ਸੀ, ਉੱਥੋਂ ਦਾ ਜੋ ਦ੍ਰਿਸ਼ ਹੈ ਉਹ ਇਹੀ ਦੱਸਦਾ ਸੀਗਾ ਕਿ ਸਿਮਰਨਜੀਤ ਸਿੰਘ ਮਾਨ ਜਿਹੜਾ ਹੈ ਉਹ ਬਾਕੀ ਸਾਰੇ ਉਮੀਦਵਾਰਾਂ ਨੂੰ ਕਰੜੀ ਟੱਕਰ ਦੇ ਰਿਹਾ ਹੈ। ਜਿੱਤਦਾ ਕੌਣ ਹੈ ਇਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਕਿ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ, ਪਰ ਉਹਨਾਂ ਦੇ ਵਿੱਚ ਕਾਫੀ ਫਸਵੀਂ ਟੱਕਰ ਆਮ ਆਦਮੀ ਪਾਰਟੀ ਅਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਕਾਫੀ ਟੱਕਰ ਲੱਗਦੀ ਹੈ। ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਉਹਨਾਂ ਦੇ ਮੁਕਾਬਲੇ ਕੁਛ ਮੱਠਾ ਹੀ ਹੁੰਗਾਰਾ ਮਿਲਿਆ। ਇਹਨਾਂ ਗੱਲਾਂ ਦੀ ਪੁਸ਼ਟੀ ਕਰਨਗੇ 26 ਤਰੀਕ ਦੇ ਨਤੀਜੇ। ਜੀ ਹੁਣ ਸਰਕਾਰ ਦੇ ਮੱਥੇ ਤੇ ਇਸ ਕਰਕੇ ਵੀ ਤਰੇਲੀਆਂ ਆ ਰਹੀਆਂ ਨੇ, ਮੁੱਖ ਮੰਤਰੀ ਇਸ ਕਰਕੇ ਵੀ ਚਿੰਤਾ ਦੇ ਵਿੱਚ ਨੇ ਕਿ ਇੰਨਾ ਘੱਟ ਵੋਟ ਪਿਆ ਹੈ ਅਤੇ ਇਹਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਦੇਖਾਂਗੇ। ਅਤੇ ਇਹਦਾ ਮਤਲਬ ਇਹ ਵੀ ਹੈ ਕਿ ਆਉਣ ਵਾਲਾ ਰਾਹ ਜਿਹੜਾ ਹੈ ਉਹ ਮੁਸ਼ਕਲ ਹੋ ਜਾਏਗਾ ਸਰਕਾਰ ਵਾਸਤੇ ਹੋਰ ਵੀ, ਜਾਂ ਫਿਰ ਸਰਕਾਰ ਨੂੰ ਕੁਝ ਬੜੇ ਇਨਕਲਾਬੀ ਕਦਮ, ਕ੍ਰਾਂਤੀਕਾਰੀ ਕਦਮ ਚੁੱਕਣੇ ਪੈਣਗੇ ਜੇ ਉਹਨਾਂ ਦੇ ਲੋਕਾਂ ਦਾ ਭਰੋਸਾ ਹਾਸਲ ਕਰਨਾ ਹੈ। ਭਗਵੰਤ ਮਾਨ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੋਵੇਗਾ ਕਿ ਲੋਕ ਸਿਰਫ ਜਿਹੜੇ ਨੇ ਪੰਜਾਬ ਦੇ ਜਾਂ ਕਿਤੋਂ ਦੇ ਵੀ ਹੋਣ, ਲੋਕ ਗੱਲਾਂ ਬਾਤਾਂ ਦੇ ਨਾਲ ਨਹੀਂ ਪਰਚਦੇ, ਆਖਰਕਾਰ ਉਹਨਾਂ ਨੂੰ ਕੰਮ ਕਰਕੇ ਦਿਖਾਉਣਾ ਪੈਂਦਾ ਹੈ। ਪੰਜਾਬ ਦੇ ਲੋਕ ਸ਼ਾਇਦ ਬਾਕੀ ਸੂਬਿਆਂ ਦੇ ਮੁਕਾਬਲੇ ਇਹਦੇ ਵਿੱਚ ਹੁਣ ਅੱਜ ਕੱਲ੍ਹ ਜ਼ਿਆਦਾ ਚੌਕਸ ਹੋ ਗਏ ਨੇ, ਜ਼ਿਆਦਾ ਜਾਗਰੂਕ ਹੋ ਗਏ ਨੇ। ਇਹਦਾ ਕਾਰਨ ਕਿਸਾਨ ਅੰਦੋਲਨ ਨੂੰ ਵੀ ਅਸੀਂ ਮੰਨ ਸਕਦੇ ਹਾਂ, ਜਿਸ ਨੇ ਪੰਜਾਬ ਦੇ ਵਿੱਚ ਇੰਨੀ ਜਾਗਰੂਕਤਾ ਲਿਆਂਦੀ ਹੈ। ਔਰ ਲੋਕ ਆਪਣੀ ਜਿਹੜੀ ਆ ਜ਼ਿੰਮੇਵਾਰੀ ਵੀ ਸਮਝਣ ਲੱਗ ਪਏ ਨੇ, ਆਪਣਾ ਹੱਕ ਵੀ ਸਮਝਣ ਲੱਗ ਪਏ ਨੇ, ਰਾਈਟ ਵੀ ਸਮਝਣ ਲੱਗ ਪਏ ਨੇ ਕਿ ਸਾਡਾ ਕੀ ਹੱਕ ਆ, ਕੀ ਰਾਈਟ ਆ, ਸਰਕਾਰ ਨੂੰ ਸਾਡੇ ਸੰਬੰਧ ਵਿੱਚ ਕੀ ਕਰਨਾ ਚਾਹੀਦਾ ਹੈ। ਸੋ ਇਹ ਜਿਹੜੀ ਚੋਣ ਕੱਲ੍ਹ ਹੋਈ ਹੈ, ਇਹਦਾ ਮਤਲਬ ਬਹੁਤ ਮੱਠਾ ਹੁੰਗਾਰਾ ਲੋਕਾਂ ਨੇ ਦਿੱਤਾ ਹੈ। ਅਤੇ ਇਹਦੇ ਵਿੱਚ ਕੋਈ ਵੀ ਉਮੀਦਵਾਰ ਜਿਹੜਾ ਹੈ ਉਹ ਭਾਵੇਂ ਜਿੱਤ ਜਾਵੇ, ਜਿੱਤਣ ਦੇ ਬਾਵਜੂਦ ਵੀ ਉਹ ਆਪਣੀ ਜਿੱਤ ਦਾ ਦਾਅਵਾ ਨਹੀਂ ਕਰ ਸਕਦਾ। ਜੀ ਹਾਂਜੀ ਸੰਧੂ ਸਾਹਿਬ, ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆਇਆ ਜੀ SYL ਵਿਵਾਦ 'ਤੇ, ਬੜਾ ਚਰਚਾ ਦੇ ਵਿੱਚ ਹੈ। ਮੈਂ ਦੇਖ ਰਿਹਾ YouTube 'ਤੇ ਇਸ ਵੇਲੇ 13 ਮਿਲੀਅਨ ਤੋਂ ਵੀ ਵੱਧ ਵਾਰ ਉਹ ਗਾਣਾ ਸੁਣਿਆ ਜਾ ਚੁੱਕਿਆ ਜਾਂ ਵੇਖਿਆ ਜਾ ਚੁੱਕਿਆ ਜੀ। ਸਿੱਧੂ ਵਾਲਾ ਦਾ ਜਿਹੜਾ ਇਹ ਗੀਤ SYL ਰਿਲੀਜ਼ ਹੋਇਆ, ਹਾਲਾਂਕਿ ਰਿਲੀਜ਼ ਹੁੰਦੇ ਸਾਰ ਇਹਨੂੰ ਲੋਕਪ੍ਰਿਯਤਾ ਜਿਹੜੀ ਹੈ ਉਹ ਬੇਮਿਸਾਲ ਮਿਲੀ ਹੈ, ਜਿਸ ਤਰ੍ਹਾਂ ਦੀ ਅੱਜ ਤੱਕ ਕਿਸੇ ਨੂੰ ਨਹੀਂ ਮਿਲੀ। ਔਰ ਇਹਦੇ ਵਿੱਚ ਕੁਝ ਵਿਵਾਦ ਜਿਹੜੇ ਨੇ ਉਹ ਵੀ ਉੱਠਣੇ ਸ਼ੁਰੂ ਹੋਏ ਨੇ ਨਾਲ ਨਾਲ, ਕਿਉਂਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਵਿੱਚ ਕੁਝ ਲੋਕਾਂ ਵੱਲ ਉਂਗਲ ਵੀ ਕੀਤੀ ਹੈ ਜਿਹੜੇ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਉਸਨੇ ਦੱਸੇ ਨੇ। ਔਰ ਉਸਨੇ ਇਹ ਵੀ ਗੱਲ ਜਿਹੜੀ ਹੈ, ਗੀਤ ਦਾ ਅਸਲ ਵਿੱਚ ਕੇਂਦਰੀ ਨੁਕਤਾ ਜਿਹੜਾ ਸਿੱਧੂ ਮੂਸੇਵਾਲਾ ਨੇ ਰੱਖਿਆ, ਉਹ ਕਿਹਾ ਕਿ ਅਸੀਂ ਇੱਕ ਤੁਪਕਾ ਵੀ ਪਾਣੀ ਕਿਸੇ ਨੂੰ ਨਹੀਂ ਦਿਆਂਗੇ, ਤੁਸੀਂ ਸਾਡੇ ਕੋਲੋਂ ਢੇਰਾਂ ਪਾਣੀ ਮੰਗਦੇ ਹੋ, ਸਾਡੇ ਕੋਲ ਇੱਕ ਤੁਪਕਾ ਵੀ ਪਾਣੀ ਦੇਣ ਵਾਸਤੇ ਨਹੀਂ। SYL ਜਿਹੜੀ ਜਦੋਂ ਤੋਂ SYL ਬਣਨੀ ਸ਼ੁਰੂ ਹੋਈ ਹੈ, ਉਦੋਂ ਤੋਂ ਲੈ ਕੇ ਇਹ ਮਾਮਲਾ ਜਿਹੜਾ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਹੈ। ਪਹਿਲਾਂ ਇਹ ਲਹਿਰ ਪੁੱਟਣੀ ਸ਼ੁਰੂ ਹੋਈ, ਇਹਦੇ ਬਾਰੇ ਸਹਿਮਤੀ ਵੀ ਹੋ ਗਈ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਧਰ ਸਰਕਾਰ ਸੀ, ਉੱਧਰ ਚੌਟਾਲਾ ਸਾਹਿਬ ਦੀ ਸਰਕਾਰ ਸੀ। ਔਰ ਇਹ ਗੱਲ ਜਿਹੜੀ ਹੈ ਬਾਅਦ ਦੇ ਵਿੱਚ ਇਸੇ ਦੇ ਖਿਲਾਫ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਵੀ ਲਾਇਆ ਗਿਆ। ਇੱਕ ਗੱਲ ਅਸੀਂ ਹੋਰ ਇਹਦੇ ਵਿੱਚ ਆਪਾਂ ਸਰੋਤਿਆਂ ਨੂੰ ਦੱਸਣੀ ਚਾਹਾਂਗੇ ਕਿ ਜਿਹੜਾ ਪਾਣੀਆਂ ਦੀ ਵੰਡ ਹੈ, ਇਹਦੇ ਸੰਬੰਧ ਦੇ ਵਿੱਚ ਇੱਕ ਰਿਪੇਰੀਅਨ ਕਾਨੂੰਨ ਬਣਿਆ ਹੋਇਆ, ਜਿਹਦੇ ਅਨੁਸਾਰ ਜਿਹੜਾ ਸਰੋਤ ਹੁੰਦਾ ਹੈ, ਉਦਗਮ ਸਰੋਤ, ਜਿੱਥੋਂ ਪਾਣੀ ਉਪਜਦਾ ਹੈ, ਜਿੱਥੋਂ ਸ਼ੁਰੂ ਹੁੰਦਾ ਹੈ ਕੋਈ ਪਾਣੀ ਦਾ ਸੋਮਾ, ਸਭ ਤੋਂ ਪਹਿਲਾ ਹੱਕ ਉਸ ਖੇਤਰ ਦਾ, ਉਸ ਸੂਬੇ ਦਾ, ਉਸ ਰਾਜ ਦਾ ਹੁੰਦਾ। ਜੀ
ਹੁਣ ਜਿਹੜੇ ਪੰਜਾਬ ਦੇ ਵਿੱਚ ਦਰਿਆ ਨੇ ਇਹ ਹਿਮਾਚਲ ਤੋਂ ਆ ਰਹੇ ਨੇ ਅਤੇ ਪਹਿਲਾ ਹੱਕ ਉਹਨਾਂ ਦੇ ਪਾਣੀ ਦੇ ਉੱਤੇ ਹਿਮਾਚਲ ਦਾ ਹੈ। ਹਿਮਾਚਲ ਕਿਉਂਕਿ ਪਹਾੜੀ ਇਲਾਕਾ ਹੈ, ਉਹਦੇ ਕੋਲ ਨਦੀਆਂ ਨਹਿਰਾਂ ਨਾਲਿਆਂ ਦੀ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੈ, ਨਾ ਕੀਤੀ ਜਾ ਸਕਦੀ ਹੈ। ਇਸ ਕਰਕੇ ਜਿਹੜਾ ਬਹੁਤਾ ਪਾਣੀ ਹੈ ਉੱਥੋਂ ਉਹ ਸਿੱਧਾ ਅੱਗੇ ਪੰਜਾਬ ਵਿੱਚ ਆ ਗਿਆ ਅਤੇ ਫਿਰ ਦੂਜੇ ਨੰਬਰ ਦੇ ਉੱਤੇ ਉਹਦੇ ਉੱਤੇ ਪੰਜਾਬ ਦਾ ਹੱਕ ਹੈ। ਕੋਈ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਪੰਜਾਬ ਦੇ ਕੋਲ ਵਾਧੂ ਪਾਣੀ ਸੀਗਾ, ਟਿਊਬਵੈੱਲ ਜਿਹੜੇ ਨੇ, ਮੋਟਰਾਂ ਜਿਹੜੀਆਂ ਨੇ ਇਹ ਬਿਲਕੁਲ ਜ਼ਮੀਨ ਦੇ ਉੱਪਰ ਹੀ ਪਾਣੀ ਖਿੱਚ ਰਹੀਆਂ ਸੀਗੀਆਂ। ਅੱਜ ਉਹ 300-300 400-400 ਫੁੱਟ ਡੂੰਘੀਆਂ ਚਲੀਆਂ ਗਈਆਂ ਨੇ। ਇੰਨਾ ਪਾਣੀ ਜਿਹੜਾ ਧਰਤੀ ਹੇਠਲਾ ਨਿਕਲ ਗਿਆ। ਉਦੋਂ ਸ਼ਾਇਦ ਪਾਣੀ ਦੀ ਲੋੜ ਘੱਟ ਸੀ। ਪੰਜਾਬ ਵਿੱਚ ਕੋਈ ਮੌਕਾ ਇਹੋ ਜਿਹਾ ਰਿਹਾ ਕਿ ਇੱਥੇ ਖੂਹ ਵੀ ਚੱਲਦੇ ਰਹੇ ਨੇ, ਖੂਹਾਂ ਦੇ ਉੱਤੇ ਖੇਤੀ ਹੁੰਦੀ ਰਹੀ ਹੈ, ਇੰਨਾ ਪਾਣੀ ਜ਼ਿਆਦਾ ਸੀ ਪੰਜਾਬ ਕੋਲ। ਅਤੇ ਉਸ ਵੇਲੇ ਸ਼ਾਇਦ ਇਹ ਵੀ ਸੋਚਿਆ ਗਿਆ ਹੋਵੇ ਕਿ ਪਾਣੀਆਂ ਦੀ ਜਿਹੜੀ ਆ ਉਹ ਵੰਡ ਕਰਕੇ ਉਹਨਾਂ ਇਲਾਕਿਆਂ ਨੂੰ ਪਾਣੀ ਦਿੱਤਾ ਜਾਵੇ ਜਿਨ੍ਹਾਂ ਨੂੰ ਇਸ ਦੀ ਹੋਰ ਵੀ ਜ਼ਿਆਦਾ ਲੋੜ ਹੈ। ਜਿਵੇਂ ਰਾਜਸਥਾਨ ਵਾਸਤੇ 2 ਨਹਿਰਾਂ ਕੱਢੀਆਂ ਗਈਆਂ, ਸਤਲੁਜ ਬਿਆਸ ਨੂੰ ਹਰੀਕੇ ਹੈਡ ਦੇ ਉੱਤੇ ਇਕੱਠਾ ਕਰਕੇ ਉੱਥੋਂ ਨਹਿਰਾਂ ਕੱਢ ਕੇ ਅੱਗੇ ਪਾਣੀ ਰਾਜਸਥਾਨ ਤੱਕ ਪਹੁੰਚਾਇਆ ਗਿਆ। ਅੱਜ ਕੱਲ੍ਹ ਭਾਵੇਂ ਉਹ ਵੀ ਵਿਵਾਦ ਦਾ ਕਾਰਨ ਬਣਿਆ ਹੋਇਆ, ਪਰ ਰਾਜਸਥਾਨ ਨੂੰ ਪਾਣੀ ਮਿਲਿਆ। ਕੁਝ ਪੰਜਾਬ ਦੇ ਖੇਤਰਾਂ ਨੂੰ ਵੀ ਉਹਨਾਂ ਨਹਿਰਾਂ ਨੇ ਪਾਣੀ ਦਿੱਤਾ ਸੀ, ਬਾਕੀ ਸਾਰਾ ਪਾਣੀ ਰਾਜਸਥਾਨ ਵਿੱਚ ਗਿਆ। ਹੁਣ ਇੱਧਰੋਂ ਹਰਿਆਣਾ ਅਤੇ ਦਿੱਲੀ ਵਾਲੇ ਜਿਹੜੇ ਨੇ ਉਹ ਵੀ ਪੰਜਾਬ ਦੇ ਪਾਣੀਆਂ 'ਚੋਂ ਹਿੱਸਾ ਮੰਗਦੇ ਸੀਗੇ। ਉਹ ਪਹਿਲਾਂ ਹਰਿਆਣਾ ਨੂੰ ਪਾਣੀ ਮਿਲਣਾ, ਜੇ ਹਰਿਆਣਾ ਕੋਲ ਜਾਏਗਾ ਤਾਂ ਉਸ ਤੋਂ ਅੱਗੇ ਦਿੱਲੀ ਨੂੰ ਵੀ ਮਿਲੇਗਾ। ਪਰ ਇਹਦੇ ਉੱਤੇ ਜਿੰਨੀ ਗੱਲ ਪਾਣੀ ਦੀ ਹੋਈ ਹੈ ਉਸ ਤੋਂ ਵੱਧ ਸਿਆਸਤ ਦੀ ਹੋਈ ਹੈ। ਇਸ ਕਰਕੇ ਹਮੇਸ਼ਾ ਇਹ ਜਿਹੜਾ ਵਿਵਾਦ ਦਾ ਚਰਚਾ ਬਣਿਆ ਰਿਹਾ, ਵਿਵਾਦ ਦਾ ਕਾਰਨ ਬਣਿਆ ਰਿਹਾ। ਹੁਣ ਪਹਿਲਾ ਮੌਕਾ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਕਤਲ ਦੇ ਰਾਹੀਂ, ਆਪਣੇ ਗੀਤ ਦੇ ਰਾਹੀਂ ਇਸ ਨੂੰ ਪੇਸ਼ ਕੀਤਾ ਹੈ SYL ਦੇ ਮਾਮਲੇ ਨੂੰ, ਔਰ ਇਹ ਗੀਤ ਰਿਲੀਜ਼ ਹੋਇਆ ਉਹਨਾਂ ਦੇ ਕਤਲਕਾਂਡ ਤੋਂ ਬਾਅਦ। ਇਸ ਕਰਕੇ ਵੀ ਇਹਦੀ ਲੋਕਪ੍ਰਿਯਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਜਿਸ ਦਿਨ ਸਿੱਧੂ ਮੂਸੇਵਾਲਾ ਦੇ ਨਿਮਿਤ ਅੰਤਮ ਅਰਦਾਸ ਕੀਤੀ ਜਾ ਰਹੀ ਸੀ ਤਾਂ ਉਹਨਾਂ ਦੇ ਪਿਤਾ ਜੀ ਨੇ ਉੱਥੇ ਇਹ ਗੱਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਨੂੰ ਅਸੀਂ ਗੀਤਾਂ ਦੇ ਰਾਹੀਂ ਜਿੰਦਾ ਰੱਖਾਂਗੇ। ਉਹਨਾਂ ਦੇ ਬਹੁਤ ਸਾਰੇ ਗੀਤ ਪਏ ਨੇ ਅਜੇ ਜਿਹੜੇ ਅਸੀਂ 6-6 ਮਹੀਨਿਆਂ ਬਾਅਦ ਰਿਲੀਜ਼ ਕਰਾਂਗੇ। ਹੁਣ ਵੀ ਉਹਨਾਂ ਨੇ ਇਹੀ ਕਿਹਾ ਜਦੋਂ ਕੰਪਨੀ ਦੇ ਨਾਲ ਰਲ ਕੇ ਉਹਨਾਂ ਨੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਹੁਤ ਸਾਰੇ ਗੀਤ ਨੇ ਸਾਡੇ ਕੋਲ, ਅਸੀਂ 6-6 ਮਹੀਨਿਆਂ ਬਾਅਦ ਉਹਨਾਂ ਨੂੰ ਰਿਲੀਜ਼ ਕਰਾਂਗੇ। ਸਿੱਧੂ ਮੂਸੇਵਾਲਾ ਨੂੰ ਗੀਤਾਂ ਦੇ ਰਾਹੀਂ ਅਸੀਂ ਜਿੰਦਾ ਰੱਖਾਂਗੇ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਇਸ ਨੂੰ 13 ਮਿਲੀਅਨ ਤੋਂ ਵੱਧ ਲੋਕ ਜਿਹੜੇ ਉਹ ਹੁਣ ਤੱਕ ਦੇਖ ਚੁੱਕੇ ਨੇ। ਮੈਂ ਕੱਲ੍ਹ ਸ਼ੁਰੂ ਵਿੱਚ ਹੀ ਇਸ ਨੂੰ ਦੇਖਿਆ ਸੀ ਜਦੋਂ ਇਹ ਰਿਲੀਜ਼ ਹੋਇਆ ਤਾਂ 6 ਮਿੰਟ ਦੇ ਵਿੱਚ 5.5 ਲੱਖ ਲੋਕ ਇਸ ਨੂੰ ਦੇਖ ਚੁੱਕੇ ਸੀ ਔਰ 3.25 ਲੱਖ ਦੇ ਕਰੀਬ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਸੀ ਉਸ ਵੇਲੇ ਤੱਕ, ਸਿਰਫ 6 ਮਿੰਟਾਂ ਦੇ ਵਿੱਚ। ਹੁਣ ਤੁਸੀਂ ਇਹ ਆਪੇ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਨੂੰ ਮਤਲਬ ਕਿੰਨਾ ਜ਼ਿਆਦਾ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਔਰ ਉਹਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਇਸ ਗੀਤ ਦੇ ਵਿੱਚ ਹਕੀਕਤ ਬਿਆਨ ਕੀਤੀ ਹੈ, ਸੱਚਾਈ ਬਿਆਨ ਕੀਤੀ ਹੈ, ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਔਰ ਇਹ ਇੱਕ ਬੜਾ ਅਹਿਮ ਮੁੱਦਾ ਹੈ ਆਪਣਾ ਰਾਜਾਂ ਦੇ ਸੰਬੰਧ ਦੇ ਵਿੱਚ, ਗੁਆਂਢੀ ਰਾਜਾਂ ਦੇ ਸੰਬੰਧ ਦੇ ਵਿੱਚ, ਪੰਜਾਬ ਅਤੇ ਹਰਿਆਣਾ, ਦਿੱਲੀ ਦੇ ਸੰਬੰਧ ਦੇ ਵਿੱਚ। ਔਰ ਪਿਛਲੇ ਦਿਨੀ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਚਲਾ ਗਿਆ ਸੀ। ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ SYL ਦੀ ਉਸਾਰੀ ਕੀਤੀ ਜਾਵੇ। ਹਜੇ ਉਹ ਮਾਮਲਾ ਜਿਹੜਾ ਹੈ ਉੱਥੇ ਦਾ ਉੱਥੇ ਪਿਆ। ਸੁਪਰੀਮ ਕੋਰਟ ਕੱਲ੍ਹ ਨੂੰ ਪਹਿਲਾਂ ਰਾਜਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਸਹਿਮਤੀ ਦੇ ਨਾਲ ਉਸਾਰੀ ਕਰੋ। ਜੇ ਸਹਿਮਤੀ ਨਾਲ ਨਹੀਂ ਉਸਾਰੀ ਕਰਦੇ ਤਾਂ ਹੋ ਸਕਦਾ ਹੈ ਕੱਲ੍ਹ ਨੂੰ ਸੁਪਰੀਮ ਕੋਰਟ ਨੂੰ ਫਿਰ ਇਸ ਦੇ ਵਿੱਚ ਦਖਲ ਦੇਣਾ ਪਵੇ। ਦੂਜੇ ਪਾਸੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਹੁਣ ਇੱਕ ਤੁਪਕਾ ਵੀ ਦੇਣ ਵਾਸਤੇ ਪਾਣੀ ਨਹੀਂ, ਅਤੇ ਉਹਨਾਂ ਦੀ ਨੁਮਾਇੰਦਗੀ ਹੀ ਕੀਤੀ ਹੈ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਕਿਸਾਨਾਂ ਦੀ, ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਪਾਣੀ ਘੱਟ ਹੈ। ਉਹ ਬਿਜਲੀ ਜਿਹੜੀ ਹੈ ਉਹਨਾਂ ਨੂੰ ਪੂਰੀ ਨਹੀਂ ਮਿਲਦੀ, ਮੋਟਰਾਂ ਨਾਲ, ਟਿਊਬਵੈੱਲਾਂ ਨਾਲ ਵੀ ਉਹਨਾਂ ਦਾ ਪਾਣੀ ਜਿਹੜਾ ਹੈ ਉਹ ਪੂਰਾ ਨਹੀਂ ਆਉਂਦਾ। ਇਸ ਕਰਕੇ ਉਹ ਚਾਹੁੰਦੇ ਨੇ ਕਿ ਜਿਹੜਾ ਨਹਿਰੀ ਪਾਣੀ ਜੋ ਸਾਨੂੰ ਮਿਲ ਰਿਹਾ, ਜੇ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਉਹਦੇ 'ਚ ਹੋਰ ਕਟੌਤੀ ਹੋਏਗੀ, ਜਿੰਨਾ ਮਿਲ ਰਿਹਾ ਉਹ ਹੋਰ ਘੱਟ ਹੋ ਜਾਵੇਗਾ। ਇਸ ਕਰਕੇ ਉਹ ਕਿਸਾਨ ਜਿਹੜੇ ਨੇ ਉਹ ਇਸ ਗੱਲ ਇਹਦੇ ਹੱਕ ਵਿੱਚ ਆਵਾਜ਼ ਉਠਾ ਰਹੇ ਨੇ। ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਵੀ ਲੰਬੇ ਸਮੇਂ ਤੋਂ ਇਹ ਗੱਲ ਕਰਦੀਆਂ ਆ ਰਹੀਆਂ ਨੇ। ਇਹਦੇ ਉੱਤੇ ਬਹੁਤ ਸਿਆਸਤ ਹੋਈ। ਅਕਾਲੀ ਦਲ ਦੀ ਸਰਕਾਰ ਨੇ ਵੱਖਰਾ ਸਟੈਂਡ ਲਿਆ, ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਵੱਖਰਾ ਸਟੈਂਡ ਲਿਆ। ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਮਤੇ ਵੀ ਪਾਸ ਕੀਤੇ ਗਏ ਅਤੇ ਫਿਰ ਇਹ ਮਾਮਲਾ ਜਿਹੜਾ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ। ਹੁਣ ਇਸ ਮਾਮਲੇ ਨੇ ਜਦੋਂ ਸਿੱਧੂ ਮੂਸੇਵਾਲਾ ਦਾ ਗੀਤ ਆਇਆ ਤਾਂ ਇੱਕ ਵਾਰ ਫਿਰ ਇਹ SYL ਮੁੱਦਾ ਓਨਾ ਹੀ ਉੱਭਰ ਗਿਆ ਜਿੰਨਾ ਇਹ ਧਰਮ ਯੁੱਧ ਮੋਰਚੇ ਵੇਲੇ ਉੱਭਰਿਆ ਸੀ, ਜਦੋਂ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਜੇਲ੍ਹ ਭਰੋ ਅੰਦੋਲਨ ਚਲਾਇਆ ਸੀ ਅਤੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕੀਤੀਆਂ ਸੀ।
ਇਹ ਫਿਰ ਉਨਾ ਹੀ ਮੁੱਦਾ ਜਿਹੜਾ ਹੈ ਉਹ ਪਕਵਾਂ ਸ਼ੁਰੂ ਹੋ ਗਿਆ। ਹਾਲਾਂਕਿ ਜਦੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਤਲਬ ਆਪਣੀ ਸੱਤਾ ਸੰਭਾਲਦੇ ਸਾਰੀ ਇਹ ਕਿਹਾ ਸੀਗਾ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ, ਅਤੇ ਉਸੇ ਵੇਲੇ ਹਰਿਆਣਾ ਨੇ ਕਿਹਾ ਸੀ ਕਿ ਸਾਨੂੰ ਜਿਹੜਾ ਹੈ ਉਹ ਪਾਣੀ ਦਿੱਤਾ ਜਾਵੇ ਸਭ ਤੋਂ ਪਹਿਲਾਂ। ਸੋ ਇਹ ਮਾਮਲਾ ਅਜੇ ਠੰਡਾ ਪੈਣ ਵਾਲਾ ਨਹੀਂ ਹੈ। ਇਹਦਾ ਹੱਲ ਕਿਤੇ ਨਾ ਕਿਤੇ ਜਾ ਕੇ ਕੱਢਣਾ ਪਏਗਾ, ਚਾਹੇ ਸਰਕਾਰਾਂ ਸਹਿਮਤੀ ਨਾਲ ਕੱਢਣ ਅਤੇ ਚਾਹੇ ਕਾਨੂੰਨ ਦੇ ਅਨੁਸਾਰ ਕੱਢਣ। ਪਰ ਹੁਣ ਸਿੱਧੂ ਮੂਸੇਵਾਲਾ ਦੇ ਗੀਤ ਨੇ ਇਸ ਮਾਮਲੇ ਨੂੰ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਜਿੰਦਾ ਕਰ ਦਿੱਤਾ ਹੈ, ਖੜਾ ਕਰ ਦਿੱਤਾ ਹੈ, ਔਰ ਜ਼ੋਰਦਾਰ ਢੰਗ ਨਾਲ ਖੜਾ ਕੀਤਾ ਹੈ। ਹਾਂਜੀ। ਤੇ ਸੰਧੂ ਸਾਹਿਬ, ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਨੂੰ ਧਮਕੀ ਦਿੱਤੀ ਹੈ। ਲਗਾਤਾਰ ਧਮਕੀਆਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਜੀ ਪਿਛਲੇ ਕਈ ਦਿਨਾਂ ਤੋਂ, ਬਲਕਿ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ। ਇਹ ਗੱਲ ਨਹੀਂ ਹੈ ਕਿ ਉਸ ਤੋਂ ਪਹਿਲਾਂ ਜਿਹੜੇ ਗੈਂਗਸਟਰ ਨੇ ਉਹ ਨਹੀਂ ਸੀਗੇ ਪੰਜਾਬ ਦੇ ਵਿੱਚ, ਪਰ ਹੁਣ ਜਿਸ ਢੰਗ ਦੇ ਨਾਲ ਲਗਾਤਾਰ ਹਰ ਦਿਨ ਦੂਜੇ ਤੀਜੇ ਚੌਥੇ ਕੋਈ ਨਾ ਕੋਈ ਕਿਸੇ ਨੂੰ ਧਮਕੀ ਦਿੱਤੀ ਜਾਂਦੀ ਹੈ, ਉਹਦੇ ਨਾਲ ਜਿਹੜੀ ਹੈ ਬੜੀ ਚਿੰਤਾ ਪੰਜਾਬ ਦੇ ਲੋਕਾਂ ਵਾਸਤੇ ਵੀ ਬਣੀ ਹੈ। ਇਸ ਗੱਲ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੇ ਉੱਤੇ ਹਮਲੇ ਕਰ ਰਹੀਆਂ ਨੇ, ਅਟੈਕ ਕਰ ਰਹੀਆਂ ਨੇ ਕਿ ਇੱਥੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ। ਲੋਕਾਂ ਨੂੰ ਆਪਣੇ ਜਾਨ ਮਾਲ ਦੀ ਚਿੰਤਾ ਜ਼ਿਆਦਾ ਸਤਾਉਣ ਲੱਗੀ ਹੈ, ਰੋਜ਼ੀ ਰੋਟੀ ਨਾਲੋਂ ਵੀ ਵੱਧ। ਪਹਿਲਾਂ ਉਹ ਇਕੱਲੇ ਰੋਜ਼ੀ ਰੋਟੀ ਤੋਂ ਪਰੇਸ਼ਾਨ ਸੀ, ਹੁਣ ਜਾਨ ਮਾਲ ਦੀ ਸੁਰੱਖਿਆ ਤੋਂ ਵੀ ਪਰੇਸ਼ਾਨ ਨੇ। ਔਰ ਆਮ ਨਾਗਰਿਕ ਜਿਹੜੇ ਨੇ, ਸਿਰਫ ਇਹ ਨਹੀਂ ਹੈ ਕਿ ਉੱਚ ਅਹੁਦਿਆਂ ਵਾਲੇ ਲੋਕ ਜਾਂ ਸੱਤਾਧਾਰੀ ਲੋਕ ਜਾਂ ਮੰਤਰੀ ਜਿਹੜੇ ਨੇ ਉਹ ਪਰੇਸ਼ਾਨ ਨੇ, ਆਮ ਲੋਕ ਵੀ ਪਰੇਸ਼ਾਨ ਨੇ ਜੀ। ਪਿਛਲੇ ਦਿਨਾਂ ਦੇ ਵਿੱਚ ਹੀ ਅਜਨਾਲਾ ਦੇ ਇੱਕ ਜਿਹੜੇ ਅਕਾਲੀ ਨੇਤਾ ਸੀ ਅਮਰਪਾਲ ਸਿੰਘ ਬੋਨੀ, ਪਹਿਲਾਂ ਉਹਨਾਂ ਨੂੰ ਧਮਕੀ ਦਿੱਤੀ ਗਈ। ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਨੇਤਾ ਸੀ OP ਸੋਨੀ, ਉਹਨਾਂ ਨੂੰ ਧਮਕੀ ਦਿੱਤੀ ਗਈ। ਔਰ ਇਸ ਦੌਰਾਨ ਫਾਜ਼ਿਲਕਾ ਦੇ 2 ਦੁਕਾਨਦਾਰਾਂ ਨੂੰ ਧਮਕੀ ਦਿੱਤੀ ਗਈ। ਆਪਾਂ ਇਹ ਵੀ ਗੱਲ ਕਰ ਚੁੱਕੇ ਹਾਂ ਖਬਰਾਂ ਦੇ ਵਿੱਚ। ਹੁਣ ਬੀਤੇ ਦਿਨ ਇੱਕ ਨਵਾਂ ਮਾਮਲਾ ਆਇਆ ਕਿ ਅਜਨਾਲਾ ਦੇ ਨਾਲ ਹੀ ਸੰਬੰਧਿਤ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਜਿਹੜੇ ਨੇ ਉਹਨਾਂ ਨੂੰ ਧਮਕੀ ਮਿਲੀ ਹੈ। ਔਰ ਜ਼ਿਕਰਯੋਗ ਗੱਲ ਇਹ ਹੈ ਕਿ ਸਾਰੀਆਂ ਧਮਕੀਆਂ ਬਿਸ਼ਨੋਈ ਗੈਂਗ ਵੱਲੋਂ ਹੀ ਦਿੱਤੀਆਂ ਜਾ ਰਹੀਆਂ ਨੇ, ਲਾਰੈਂਸ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਧਮਕੀਆਂ ਦੇਣ ਵਾਲੇ ਸ਼ਰੇਆਮ ਇਹ ਗੱਲ ਕਹਿੰਦੇ ਨੇ ਕਿ ਅਸੀਂ ਲਾਰੈਂਸ ਗੈਂਗ ਦੇ ਨਾਲ ਸੰਬੰਧਿਤ ਹਾਂ, ਜਾਂ ਸਾਡੀ ਇੰਨੀ ਮੰਗ ਪੂਰੀ ਕਰੋ, ਡਿਮਾਂਡ ਪੂਰੀ ਕਰੋ, ਸਾਨੂੰ ਇੰਨਾ ਪੈਸਾ ਦਿਓ, ਨਹੀਂ ਤੇ ਤੁਹਾਨੂੰ ਅਸੀਂ ਗੋਲੀ ਮਾਰ ਦਿਆਂਗੇ, ਤੁਸੀਂ ਮਰਨ ਵਾਸਤੇ ਤਿਆਰ ਰਹੋ। ਔਰ ਇਹ ਵੀ ਕਿਹਾ ਜਾਂਦਾ ਹੈ ਬੜਾ ਗੱਜ ਵੱਜ ਕੇ ਕਿ ਸਾਡਾ ਨੰਬਰ ਪੁਲਿਸ ਨੂੰ ਦੇ ਦਿਓ, ਪੁਲਿਸ ਆਪੇ ਪਛਾਣ ਲਏਗੀ ਕਿ ਇਹ ਨੰਬਰ ਕਿਸ ਦਾ ਹੈ। ਪੁਲਿਸ ਨੂੰ ਸਾਡੇ ਨੰਬਰਾਂ ਸਾਰਿਆਂ ਦਾ ਪਤਾ ਹੈ। ਇਹ ਪਹਿਲਾਂ ਵੀ ਇਹ ਗੱਲ ਜਿਹੜੀ ਕੀਤੀ ਗਈ ਸੀ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਬਾਰੇ ਕੋਈ ਗੱਲ ਜਿਹੜੀ ਹੈ ਉਹ ਪੁਲਿਸ ਕੋਲੋਂ ਲੁਕੀ ਹੋਈ ਨਹੀਂ। ਪੁਲਿਸ ਨੂੰ, ਪੰਜਾਬ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਗੈਂਗਸਟਰ, ਕਿਹੜੇ ਕਿਹੜੇ ਗੈਂਗ ਐਕਟਿਵ ਨੇ, ਉਹ ਕਿੱਥੇ ਕਿੱਥੇ ਕਾਰਵਾਈ ਕਰਦੇ ਨੇ ਜਾਂ ਕਰ ਰਹੇ ਨੇ। ਸੋ ਇਹ ਚਿੰਤਾ ਦਾ ਵਿਸ਼ਾ ਇੱਕ ਬਣ ਗਿਆ ਲੋਕਾਂ ਵਾਸਤੇ ਨਵੇਂ ਸਿਰੇ ਤੋਂ। ਜਿਹੜੀ ਹੁਣ ਉਹਨਾਂ ਨੂੰ ਧਮਕੀ ਮਿਲੀ, ਲਗਾਤਾਰ ਧਮਕੀਆਂ ਮਿਲ ਰਹੀਆਂ ਨੇ। ਉਹਨਾਂ ਨੇ ਵੀ ਪੁਲਿਸ ਦੇ ਕੋਲ ਰਿਪੋਰਟ ਦਰਜ ਕਰਾਈ ਹੈ, ਅਤੇ ਪੁਲਿਸ ਦਾ ਜਵਾਬ ਹਮੇਸ਼ਾ ਇਹੀ ਹੁੰਦਾ ਹੈ ਕਿ ਅਸੀਂ ਮਾਮਲਾ ਦਰਜ ਕਰ ਲਿਆ ਜੀ, ਜਿਹੜੇ ਨੰਬਰ ਤੋਂ ਕਾਲ ਆਈ ਹੈ ਅਸੀਂ ਉਹਦੀ ਡਿਟੇਲ ਕਢਾਵਾਂਗੇ, ਉਸ ਦਾ ਪਤਾ ਕਰਾਂਗੇ, ਉਸ ਤੋਂ ਬਾਅਦ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਏਗੀ। ਕਾਰਵਾਈ ਅਜੇ ਤੱਕ ਕੋਈ ਨਹੀਂ ਕੀਤੀ ਗਈ, ਚਾਹੇ ਸੰਦੀਪ ਨੰਗਲ ਲੰਬੀਆਂ ਦਾ ਕਤਲ ਹੋਵੇ, ਚਾਹੇ ਮੋਗਾ ਦੇ ਵਿੱਚ ਜਿਹੜਾ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਉਹ ਹੋਵੇ, ਚਾਹੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਇੱਥੋਂ ਤੱਕ ਬੇਸ਼ੱਕ ਕਿੰਨੀਆਂ ਕੜੀਆਂ ਸਾਹਮਣੇ ਆਈਆਂ ਨੇ, ਕਿੰਨਾ ਕੁਝ ਪੁਲਿਸ ਨੇ ਜ਼ਾਹਰ ਕੀਤਾ ਹੈ, ਨਿੱਤ ਦਿਨ ਕੋਈ ਨਾ ਕੋਈ ਨਵੀਂ ਸਟੋਰੀ ਉਹਦੇ ਬਾਰੇ ਦੱਸੀ ਜਾਂਦੀ ਹੈ। ਪਰ ਜਿਹੜੇ ਅਸਲ ਦੇ ਵਿੱਚ ਕਤਲ ਕਰਨ ਵਾਲੇ ਲੋਕ ਸੀ, ਸ਼ਾਰਪ ਸ਼ੂਟਰ ਜਿਹੜੇ ਉਸ ਮਾਮਲੇ ਸ਼ਾਮਿਲ ਸੀ, ਉਹ ਅਜੇ ਤੱਕ ਸਾਰੇ ਦੇ ਸਾਰੇ ਗ੍ਰਿਫਤਾਰ ਨਹੀਂ ਕੀਤੇ ਜਾ ਸਕੇ, ਅਤੇ ਨਾ ਹੀ ਇਸ ਦੀ ਸਾਜ਼ਿਸ਼ ਰਚਣ ਵਾਲੇ। ਹਾਲਾਂਕਿ ਲਾਰੈਂਸ ਬਿਸ਼ਨੋਈ ਤਾਂ ਪਹਿਲਾਂ ਤਿਹਾੜ ਜੇਲ੍ਹ ਦੇ ਵਿੱਚ ਬੈਠਾ ਹੈ, ਪਰ ਬਾਕੀ ਜਿਹੜੇ ਇਹਦੇ ਵਿੱਚ ਸਾਜ਼ਿਸ਼ ਰਚਣ ਵਾਲੇ ਸੀ, ਨਾ ਹੀ ਉਹਨਾਂ ਨੂੰ ਹਜੇ ਤੱਕ ਸਾਹਮਣੇ ਲਿਆਂਦਾ ਜਾ ਸਕਿਆ। ਸੋ ਇਹ ਜਿਹੜੇ ਹੁਣ ਧਮਕੀਆਂ ਦੇਣ ਵਾਲੇ ਨੇ, ਇਹਨਾਂ ਨੂੰ ਵੀ ਲੱਭ ਕੇ ਨੱਥ ਪਾਉਣੀ ਪੰਜਾਬ ਸਰਕਾਰ ਵਾਸਤੇ ਕੋਈ ਬਹੁਤ ਸੌਖਾ ਕੰਮ ਨਹੀਂ ਹੈ। ਇਹਦੇ ਵਾਸਤੇ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ, ਐਂਟੀ ਗੈਂਗਸਟਰ ਟਾਸਕ ਫੋਰਸ, ਉਹ ਵੀ ਬਣਾਈ ਗਈ ਹੈ। ਉਸ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਯਤਨ ਕੀਤੇ ਜਾ ਰਹੇ ਨੇ। ਪਰ ਇਹ ਯਤਨ ਜਿਹੜੇ ਨੇ ਸਮਝ ਨਹੀਂ ਲੱਗਦੀ ਕਿ ਉਹ ਆਪਣਾ ਗੈਂਗਸਟਰ ਜਿਹੜੇ ਨੇ ਉਹ ਧਮਕੀ ਵੀ ਦੇ ਜਾਂਦੇ ਨੇ, ਵਾਰਦਾਤ ਵੀ ਕਰ ਜਾਂਦੇ ਨੇ, ਅਤੇ ਜਿਹੜੀ ਪੁਲਿਸ ਆ, ਸੁਰੱਖਿਆ ਏਜੰਸੀਆਂ ਨੇ, ਉਹ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੀ ਪੈੜ ਲੱਭਦੀਆਂ ਫਿਰਦੀਆਂ ਨੇ ਜੀ। ਸੰਧੂ ਸਾਹਿਬ, ਸਾਧੂ ਸਿੰਘ ਧਰਮਸੋਤ ਰਿਸ਼ਵਤਖੋਰੀ ਮਾਮਲੇ 'ਚ ਹੁਣ ਵਿਜੀਲੈਂਸ ਦੀ ਅੱਖ 15 ਪੱਤਰਕਾਰਾਂ 'ਤੇ ਹੈ, ਸੋ ਕੋਈ ਕਾਰਵਾਈ ਵੀ ਹੋਏਗੀ? ਬਿਲਕੁਲ ਕਾਰਵਾਈ ਹੋਏਗੀ ਜੀ। ਇਸ ਸੰਬੰਧ ਦੇ ਵਿੱਚ ਵਿਜੀਲੈਂਸ ਦੇ ਕੋਲ ਜਿਹੜੇ 15 ਪੱਤਰਕਾਰਾਂ ਦੀ ਸੂਚੀ ਪਹੁੰਚੀ ਹੈ,
ਉਹਨਾਂ ਦੇ ਜੋ ਕੁਛ ਵੀ ਉਹਨਾਂ ਦੇ ਨਾਮ, ਉਹਨਾਂ ਦੇ ਵੇਰਵੇ ਔਰ ਉਹਨਾਂ ਦੇ ਜੋ ਕਾਰਨਾਮੇ ਨੇ, ਜੋ ਕੁਛ ਉਹਨਾਂ ਨੇ ਕੀਤਾ ਹੈ, ਇਹ ਸਾਰੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਸੀ ਸਭ ਤੋਂ ਪਹਿਲਾਂ। ਔਰ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਉਸ ਦੀ ਚਰਚਾ ਕਰਨ ਤੋਂ ਬਾਅਦ ਫਿਰ ਇਸ ਸੰਬੰਧ ਵਿੱਚ ਆਦੇਸ਼ ਬਕਾਇਦਾ ਜਾਰੀ ਕਰ ਦਿੱਤੇ ਗਏ ਨੇ ਕਿ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਹੋ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਜੇ ਉਹ ਪੱਤਰਕਾਰ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਵੇਗੀ, ਕਿਉਂਕਿ ਭਗਵੰਤ ਮਾਨ ਸਰਕਾਰ ਇਸ ਵੇਲੇ ਇੰਨੀ ਕੁ ਕਸੂਤੀ ਸਥਿਤੀ 'ਚ ਫਸੀ ਹੋਈ ਹੈ ਕਿ ਉਹ ਇਹੋ ਜਿਹਾ ਕੋਈ ਹੋਰ ਰਿਸਕ ਨਹੀਂ ਲੈਣਾ ਚਾਹੁੰਦੀ ਜਿਹਦੇ ਕਰਕੇ ਫਿਰ ਵਿਰੋਧੀ ਧਿਰਾਂ ਉਹਨਾਂ ਦੇ ਉੱਤੇ ਝਪਟ ਪੈਣ ਕਿ ਤੁਸੀਂ ਕਾਂਗਰਸ ਵਾਲਿਆਂ ਨੂੰ ਫੜੀ ਜਾਂਦੇ ਹੋ, ਅਕਾਲੀਆਂ ਨੂੰ ਫੜੀ ਜਾਂਦੇ ਹੋ, ਅਫਸਰਾਂ ਨੂੰ ਫੜੀ ਜਾਂਦੇ ਹੋ, ਰਿਸ਼ਵਤਖੋਰਾਂ ਨੂੰ, ਅਤੇ ਜੇ ਪੱਤਰਕਾਰ ਆਏ ਸੀ ਤਾਂ ਤੁਸੀਂ ਉਹਨਾਂ ਨੂੰ ਛੱਡ ਦਿੱਤਾ। ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵਾਸਤੇ ਵੀ ਵਿਜੀਲੈਂਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਲਾਂਕਿ ਉਹਨਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਕੁਝ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ। ਜਦੋਂ ਸਾਧੂ ਸਿੰਘ ਧਰਮਸੋਤ ਜਿਹੜੇ ਕਿ ਕਾਂਗਰਸ ਵੇਲੇ ਜੰਗਲਾਤ ਮੰਤਰੀ ਸੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਉੱਤੇ ਬੜੇ ਸਾਰੇ ਦੋਸ਼ ਲੱਗੇ। ਇਹ ਦੋਸ਼ ਉਹਨਾਂ ਤੋਂ ਪਹਿਲਾਂ ਇੱਕ ਜੰਗਲਾਤ ਅਫਸਰ ਨੂੰ ਫੜਿਆ ਗਿਆ ਸੀ ਰਿਸ਼ਵਤ ਲੈਂਦਿਆਂ, ਉਹਦੇ ਤੋਂ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਸਾਧੂ ਸਿੰਘ ਧਰਮਸੋਤ 500 ਰੁਪਇਆ ਇੱਕ ਰੁੱਖ ਕਟਾਉਣ ਦਾ ਲੈਂਦੇ ਨੇ, ਕਰੋੜਾਂ ਰੁਪਇਆ ਹੁਣ ਤੱਕ ਉਹ ਗੋਲਮਾਲ ਕਰ ਚੁੱਕੇ ਨੇ। ਔਰ ਦੋ ਕੰਮ ਹੋਏ, ਇੱਕ ਜੰਗਲਾਤ ਮਹਿਕਮੇ ਦੀ ਜਿਹੜੀ ਜ਼ਮੀਨ ਸੀਗੀ ਉਹ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿੱਚ ਦਿੱਤੀ ਗਈ, ਇੱਕ ਉੱਥੋਂ ਰੁੱਖਾਂ ਦਾ ਸਫਾਇਆ ਕੀਤਾ ਗਿਆ। 100 ਕੰਪਨੀਆਂ ਤਾਂ ਇਸ ਕੰਮ 'ਤੇ ਲੱਗੀਆਂ ਸੀ ਜਿਨ੍ਹਾਂ ਦੇ ਕੋਲ ਠੇਕਾ ਸੀ ਰੁੱਖਾਂ ਦੀ ਕਟਾਈ ਦਾ, ਔਰ ਹਰੇਕ ਕੰਪਨੀ ਤੋਂ 1 ਕਰੋੜ ਰੁਪਈਆ ਜਿਹੜਾ ਉਹ ਲੈਂਦੇ ਸੀ। ਇਸ ਤਰ੍ਹਾਂ ਦੱਸਿਆ ਗਿਆ ਹੈ ਜਾਂਚ ਦੇ ਵਿੱਚ। ਲੈਂਦੇ ਸੀ ਕਿ ਨਹੀਂ ਲੈਂਦੇ ਸੀ ਅਸੀਂ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੇ। ਜੋ ਵਿਜੀਲੈਂਸ ਦੀ ਜਾਂਚ ਦੇ ਵਿੱਚ ਗੱਲ ਸਾਹਮਣੇ ਆਈ ਹੈ, ਉਹਨਾਂ ਨੇ ਦੱਸਿਆ ਕਿ ਉਹ ਲੈਂਦੇ ਸੀ। ਉਹਨਾਂ ਤੋਂ ਬਾਅਦ ਫਿਰ ਸੰਗਤ ਸਿੰਘ ਗਿਲਜੀਆਂ ਜਦੋਂ ਜੰਗਲਾਤ ਮੰਤਰੀ ਬਣੇ ਤਾਂ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੋਇਆ। ਉਹ ਅੱਜ ਕੱਲ੍ਹ ਫਰਾਰ ਚੱਲ ਰਹੇ ਨੇ, ਪੁਲਿਸ ਦੇ ਹੱਥ ਨਹੀਂ ਲੱਗ ਰਹੇ। 2 OSD ਫੜੇ ਗਏ ਸੀ ਸਾਧੂ ਸਿੰਘ ਧਰਮਸੋਤ ਦੇ ਨਾਲ, ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੋਇਆ ਸੀ, ਜਿਨ੍ਹਾਂ ਦੇ ਵਿੱਚ ਇੱਕ ਪੱਤਰਕਾਰ ਸੀ। ਔਰ ਕਿਹਾ ਗਿਆ ਸੀ ਕਿ ਉਹ ਪੱਤਰਕਾਰ ਹੀ ਅੱਗੇ ਸਾਰੇ ਸੌਦੇ ਕਰਾਉਂਦਾ ਸੀ, ਅਫਸਰਾਂ ਦੇ ਨਾਲ ਸੈਟਿੰਗ ਕਰਦਾ ਸੀ ਕਿ ਇਸ ਅਫਸਰ ਦੀ ਬਦਲੀ ਕਿੱਥੇ ਕਰਨੀ ਹੈ, ਕਿਹਨੂੰ ਕਿੱਥੇ ਲਾਉਣਾ ਹੈ, ਕਿਹਨੂੰ ਕਿੰਨਾ ਹਿੱਸਾ ਮਿਲਣਾ ਹੈ। ਉਹ ਸਾਰਾ ਸੈਟਿੰਗ ਉਹ ਕਰਾਉਂਦਾ ਸੀ ਕਿ ਤੈਨੂੰ ਕੀ ਮਿਲੇਗਾ ਅਤੇ ਮੰਤਰੀ ਨੂੰ ਕੀ ਮਿਲੇਗਾ, ਅਤੇ ਵਿੱਚੋਂ ਉਹ ਵੀ ਆਪ ਵੀ ਹੱਥ ਰੰਗਦਾ ਹੋਵੇਗਾ ਜੀ। ਔਰ ਹੁਣ ਇਹ ਜ਼ਰੂਰੀ ਹੈ ਕਿ ਜਦੋਂ ਇੱਕ ਪੱਤਰਕਾਰ ਹੈ ਅਤੇ ਉਹਦੀ ਜਾਣ ਪਛਾਣ ਵਾਲੇ ਕੁਝ ਪੱਤਰਕਾਰ ਜਾਂ ਹੋਰ ਪੱਤਰਕਾਰ ਜਿਨ੍ਹਾਂ ਨੇ ਥੋੜ੍ਹਾ ਬਹੁਤ ਉਹਦੇ ਵਿੱਚ ਖਰਚ ਵੀ ਕੀਤਾ, ਉਹਨਾਂ ਨੂੰ ਵੀ ਜੰਗਲਾਤ ਮਹਿਕਮੇ ਦੀ ਜਿਹੜੀ ਜ਼ਮੀਨ ਸੀ ਫਾਰਮ ਹਾਊਸ ਬਣਾਉਣ ਵਾਸਤੇ, ਘਰ ਬਣਾਉਣ ਵਾਸਤੇ ਕੌਡੀਆਂ ਦੇ ਭਾਅ ਦੇ ਦਿੱਤੀ ਗਈ। ਉਹ ਜ਼ਮੀਨਾਂ ਵੀ ਉਹਨਾਂ ਨੇ ਲੈ ਲਈਆਂ ਕੌਡੀਆਂ ਦੇ ਭਾਅ, ਥੋੜ੍ਹੇ ਪੈਸੇ ਖਰਚ ਕਰਕੇ। ਫਿਰ ਉਹਨਾਂ ਨੇ ਨਜਾਇਜ਼ ਤਰੀਕੇ ਦੇ ਨਾਲ ਉੱਥੋਂ ਰੁੱਖਾਂ ਦੀ ਕਟਾਈ ਕੀਤੀ। ਕਟਾਈ ਕਰਕੇ ਉਹਨਾਂ ਨੇ ਉਹਦੇ ਵਿੱਚੋਂ ਵੀ ਮੇਰਾ ਖਿਆਲ ਹੈ ਜਿੰਨੇ ਦੀ ਜ਼ਮੀਨ ਲਈ ਹੋਣੀ ਉਸ ਤੋਂ ਵੱਧ ਦੇ ਉਹਨਾਂ ਨੇ ਉੱਥੋਂ ਰੁੱਖ ਵੇਚ ਲਏ ਹੋਣੇ ਆ। ਉਹਨਾਂ ਨੇ ਆਪਣੇ ਵਾਰੇ ਨਿਆਰੇ ਕਰ ਲਏ। ਹਜੇ ਇਹਨਾਂ ਪੱਤਰਕਾਰਾਂ ਦੇ ਬਾਰੇ ਜਿਹੜੇ ਨਾਮ ਨੇ ਮਹਿਕਮੇ ਨੇ ਜਾਰੀ ਨਹੀਂ ਕੀਤੇ, ਵੇਰਵੇ ਜਿਹੜੇ ਹੋਰ ਨੇ ਉਹ ਜਾਰੀ ਨਹੀਂ ਕੀਤੇ। ਪਰ ਕਿਉਂਕਿ ਵਿਜੀਲੈਂਸ ਨੇ ਕਾਰਵਾਈ ਲਈ ਮੁੱਖ ਮੰਤਰੀ ਤੋਂ ਇਜਾਜ਼ਤ ਮੰਗੀ ਸੀ, ਮੁੱਖ ਮੰਤਰੀ ਨੇ ਇਜਾਜ਼ਤ ਦੇ ਦਿੱਤੀ ਹੈ। ਔਰ ਇਹ ਵੀ ਦੱਸਿਆ ਗਿਆ ਹੈ ਕਿ ਆਪਣੇ ਕਰੋੜਾਂ ਪਿੰਡ, ਮਿਰਜ਼ਾਪੁਰ, ਸਿਸਵਾਂ ਆਦਿ ਤਾਂ ਇਹਨਾਂ ਨੂੰ ਜ਼ਮੀਨ ਅਲਾਟ ਕੀਤੀ ਗਈ ਹੈ। ਉਹ ਸਾਰਾ ਕੁਝ ਔਨ ਰਿਕਾਰਡ ਹੈ, ਸਾਰਾ ਕੁਝ ਸਾਹਮਣੇ ਆ, ਕਿਉਂਕਿ ਕਾਗਜ਼ਾਂ ਪੱਤਰਾਂ ਵਿੱਚ ਦਰਜ ਕਰਕੇ ਹੀ ਉਹਨਾਂ ਨੂੰ ਉਹ ਜ਼ਮੀਨ ਦਿੱਤੀ ਗਈ ਹੈ। ਹੁਣ ਇਹ ਗੱਲ ਨਹੀਂ ਸਮਝ ਆਈ ਕਿ ਜਿਹੜੀ ਜੰਗਲਾਤ ਮਹਿਕਮੇ ਦੀ ਜ਼ਮੀਨ ਸੀ ਉਹ ਪ੍ਰਾਈਵੇਟ ਲੋਕਾਂ ਨੂੰ ਕਿਸ ਢੰਗ ਦੇ ਨਾਲ ਵੇਚੀ ਗਈ ਜਾਂ ਦਿੱਤੀ ਗਈ। ਪਰ ਇਹ ਸਾਰੀ ਜਾਣਕਾਰੀ ਹੁਣ ਆਉਣ ਵਾਲੇ ਦਿਨਾਂ ਸਾਹਮਣੇ ਆਵੇਗੀ, ਕਿਉਂਕਿ ਵਿਜੀਲੈਂਸ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਕੁਝ ਸਬੂਤ ਉਹਨਾਂ ਦੇ ਖਿਲਾਫ ਹੋਰ ਇਕੱਠੇ ਕਰ ਰਹੇ ਹਾਂ ਅਤੇ ਅਗਲੇ ਹਫ਼ਤੇ ਵਿੱਚ ਅਸੀਂ ਇੱਕ ਬਹੁਤ ਵੱਡੀ ਕਾਰਵਾਈ ਕਰਕੇ ਇਸ ਮਾਮਲੇ ਵਿੱਚ 15 ਪੱਤਰਕਾਰਾਂ ਤੋਂ ਇਲਾਵਾ ਜਿਹੜੇ ਲੋਕ ਹੋਰ ਵੀ ਸ਼ਾਮਲ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਜੀ ਸੰਧੂ ਸਾਹਿਬ, ਸੈਨੀਟਾਈਜ਼ਰ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੁਣ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਰਹੇ OP ਸੋਨੀ ਤੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਪੂਰਾ ਕੀ ਮਾਮਲਾ ਜੀ? ਮਾਮਲਾ ਇਹ ਵੀ ਭ੍ਰਿਸ਼ਟਾਚਾਰ ਦਾ ਹੀ ਹੈ ਜੀ। ਜਿਵੇਂ ਆਪਾਂ ਦੱਸਿਆ ਸੀ ਕਿ ਇੱਕੋ ਇੱਕ ਫੀਲਡ ਹੈ ਜਿਹਦੇ ਉੱਤੇ ਸਰਕਾਰ ਲੱਗਦਾ ਕਿ ਥੋੜ੍ਹਾ ਬਹੁਤਾ ਕੰਮ ਕਰ ਰਹੀ ਹੈ, ਅਤੇ ਜਾਂ ਇਹ ਹੈ ਕਿ ਵਿਰੋਧੀਆਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਕਿਉਂਕਿ ਇੱਕ ਪਹਿਲਾਂ ਆਮ ਆਦਮੀ ਪਾਰਟੀ ਦਾ ਜਿਹੜਾ ਸਿਹਤ ਮੰਤਰੀ ਸੀਗਾ ਵਿਜੇ ਇੰਦਰ ਸਿੰਗਲਾ, ਉਹ ਵੀ ਇਸ ਮਾਮਲੇ 'ਚ ਕਾਬੂ ਆਇਆ ਸੀ, ਪਰ ਉਸ ਤੋਂ ਪਿੱਛੋਂ ਫਿਰ ਜਿਹੜੀ ਲੰਮੀ ਲੜੀ ਹੈ ਉਹ ਸਾਰੀ ਪਿਛਲੀਆਂ ਸਰਕਾਰਾਂ ਵੇਲੇ ਦੀ, ਖਾਸ ਕਰਕੇ ਕਾਂਗਰਸ ਸਰਕਾਰ ਦੇ ਨਾਲ ਸੰਬੰਧਿਤ ਲੋਕਾਂ ਦੀ ਹੈ, ਜਾਂ ਉਹਦੇ ਵਿੱਚ ਕੁਝ ਅਫਸਰ ਨੇ ਜਿਨ੍ਹਾਂ ਦੇ ਖਿਲਾਫ
ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ। ਕਈਆਂ ਨੂੰ ਅਰੈਸਟ ਕੀਤਾ ਗਿਆ ਹੈ, ਕੁਝ ਫਰਾਰ ਨੇ, ਕਈਆਂ ਨੂੰ ਲੱਭਿਆ ਜਾ ਰਿਹਾ ਹੈ, ਕੁਝ ਦੇ ਖਿਲਾਫ ਜਿਹੜੀ ਹੈ ਉਹ ਜਾਂਚ ਪੜਤਾਲ ਹੋ ਰਹੀ ਹੈ। ਇੱਕ ਜ਼ਮੀਨਾਂ ਦੇ ਮਾਮਲੇ ਵਿੱਚ ਅਤੇ ਇੱਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਰਕਾਰ ਜਿਹੜੀ ਹੈ ਉਹ ਲੱਗਦਾ ਹੈ ਕਿ ਹਰਕਤ ਵਿੱਚ ਹੈ। ਹੁਣ ਇਹ ਇੱਕ ਸੈਨੇਟਾਈਜ਼ਰ ਘੁਟਾਲਾ ਜਿਹੜਾ ਇਹ ਸਾਹਮਣੇ ਆਇਆ ਹੈ, ਕਿਉਂਕਿ OP ਸੋਨੀ ਜਿਹੜੇ ਆ ਉਹ ਪਹਿਲਾਂ ਸਿਹਤ ਮੰਤਰੀ ਹੁੰਦੇ ਸੀ ਔਰ ਉਸ ਵੇਲੇ ਜਦੋਂ ਉਹ ਸਿਹਤ ਮੰਤਰੀ ਸੀ ਉਸ ਵੇਲੇ ਕੋਵਿਡ ਦਾ ਜ਼ੋਰ ਸੀ ਪੰਜਾਬ ਦੇ ਵਿੱਚ, ਅਤੇ ਉਸ ਦੌਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਰਾਹੀਂ ਸਿਹਤ ਵਿਭਾਗ ਨੇ ਸੈਨੇਟਾਈਜ਼ਰ ਖਰੀਦਿਆ ਸੀ ਬਹੁਤ ਸਾਰਾ ਜੀ। ਜਿਹੜਾ ਇਹ ਕਿਹਾ ਗਿਆ ਹੈ ਕਿ ਹਕੀਕਤ ਵਿੱਚ ਉਹਦਾ ਰੇਟ ਜਿਹੜਾ ਸੀਗਾ ਉਹ 54 ਰੁਪਏ ਸੀ, ਪਰ ਸਰਕਾਰ ਨੇ 160 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਖਰੀਦਿਆ। ਹੁਣ ਇਹ 100 ਰੁਪਏ ਤੋਂ ਵੱਧ ਇਹ ਕਿਵੇਂ ਮਹਿੰਗਾ ਹੋ ਗਿਆ? ਜਿਹੜਾ ਖੱਬੇ ਹੱਥ ਵਾਲਾ ਬੰਦਾ ਖਰੀਦ ਰਿਹਾ ਉਹ 54 ਰੁਪਏ 54 ਪੈਸੇ 'ਚ ਖਰੀਦ ਰਿਹਾ, ਜਿਹੜਾ ਸੱਜੇ ਵਾਲਾ ਹੈ ਉਹ 160 ਰੁਪਏ ਦੀ ਬੋਤਲ ਖਰੀਦ ਲਿਆ। ਇਹਦੇ ਵਿੱਚ ਪਤਾ ਲੱਗਿਆ ਕਿ ਕਰੋੜਾਂ ਰੁਪਏ ਦਾ ਗੋਲਮਾਲ ਹੋਇਆ ਹੈ। ਹਜੇ ਕਿ ਵਿਭਾਗ ਵੱਲੋਂ ਇਹ ਕਿਹਾ ਗਿਆ ਹੈ ਕਿ ਉਸ ਵੇਲੇ ਕੰਪਨੀਆਂ ਨੇ ਕੋਈ ਰੇਟ ਨਹੀਂ ਸੀ ਫਿਕਸ ਕੀਤੇ, ਜੋ ਕਿਸੇ ਦਾ ਦਾ ਲੱਗਦਾ ਸੀ ਉਹ ਲਾਈ ਜਾਂਦਾ ਸੀ, ਪਰ ਕਿਉਂਕਿ ਇਹ ਫਰਕ ਬਹੁਤ ਜ਼ਿਆਦਾ ਹੈ ਉਹਦੇ ਵਿੱਚ, ਇਸ ਕਰਕੇ ਇਹ ਸ਼ੱਕ ਦੇ ਘੇਰੇ 'ਚ ਆ ਗਿਆ। ਅਤੇ ਜੋ ਮੁੱਢਲੀਆਂ ਰਿਪੋਰਟਾਂ ਆਈਆਂ ਨੇ ਉਹ ਇਹ ਵੀ ਪਤਾ ਲੱਗਾ ਹੈ ਕਿ ਇਹਦੇ ਵਿੱਚ ਜਿਹੜਾ ਘਪਲਾ ਹੋਇਆ ਹੈ ਉਹਦੇ ਬਾਰੇ ਕਾਫੀ ਸਾਰੇ ਸਬੂਤ ਜਿਹੜੇ ਆ ਉਹ ਵਿਜੀਲੈਂਸ ਨੇ ਇਕੱਠੇ ਕਰ ਲਏ ਨੇ ਔਰ ਹੁਣ ਇਸ ਮਾਮਲੇ ਦੇ ਉੱਤੇ ਕਾਰਵਾਈ ਹੋਣੀ ਹੈ। ਇੱਕ ਗੱਲ ਹੋਰ ਵੀ ਇਹਦੇ ਵਿੱਚ ਆਈ ਸੀ ਕਿ ਇਹ ਵੀ ਪਤਾ ਲੱਗਿਆ ਕਿ ਕੋਵਿਡ ਦੇ ਨਾਲ ਲੜਾਈ ਵਾਸਤੇ ਪੰਜਾਬ ਦੇ ਸਿਹਤ ਵਿਭਾਗ ਨੂੰ ਕੇਂਦਰ ਵੱਲੋਂ 571 ਕਰੋੜ ਰੁਪਏ ਦਿੱਤੇ ਗਏ ਸੀ, ਜਿਹੜੇ ਸਰਕਾਰ ਕੋਲ ਆਏ ਅਤੇ ਅੱਗੇ ਮਹਿਕਮੇ ਨੂੰ ਅਲਾਟ ਕੀਤੇ ਗਏ। ਉਹਦੇ ਵਿੱਚੋਂ 475 ਕਰੋੜ ਹੀ ਖਰਚ ਕੀਤੇ ਗਏ, 95 ਕਰੋੜ ਰੁਪਏ ਦਾ ਉੱਥੇ ਵੀ ਕੋਈ ਹਿਸਾਬ ਕਿਤਾਬ ਨਹੀਂ। ਹੁਣ ਉਹਦੇ ਬਾਰੇ ਵੀ ਜਵਾਬ ਮੰਗਿਆ ਜਾ ਰਿਹਾ ਹੈ ਕਿ ਉਸ 95 ਕਰੋੜ ਰੁਪਏ ਦੀ ਰਾਸ਼ੀ ਦਾ ਜਾਂ ਤਾਂ ਸਰਟੀਫਿਕੇਟ ਦਿਓ ਜਾਂ ਉਹਦੇ ਬਾਰੇ ਦੱਸੋ ਕਿ ਇਹ ਪੈਸਾ ਕਿੱਥੇ ਖਰਚ ਕੀਤਾ ਗਿਆ, ਅਤੇ ਜੇ ਨਹੀਂ ਖਰਚ ਕੀਤਾ ਗਿਆ ਤਾਂ ਇਹ ਪੈਸਾ ਵਾਪਸ ਕੀਤਾ ਜਾਵੇ। ਇਸ ਸੰਬੰਧ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਖੁਦ ਵੀ ਦਿਲਚਸਪੀ ਲੈ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਜਿਹੜੀ ਵੀ ਰਿਪੋਰਟ ਹੈ, ਜਾਂਚ ਰਿਪੋਰਟ ਹੈ, ਉਹ ਮੈਨੂੰ ਵੀ ਭੇਜੀ ਜਾਵੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ OP ਸੋਨੀ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਬੀਤੇ ਦਿਨ OP ਸੋਨੀ ਨੇ ਜਿਹੜੇ ਦੋਸ਼ ਉਹਨਾਂ ਦੇ ਉੱਤੇ ਲਾਏ ਜਾ ਰਹੇ ਨੇ ਇਸ ਬਾਰੇ ਆਪਣਾ ਪੱਖ ਪੇਸ਼ ਕਰਨ ਵਾਸਤੇ ਪਹਿਲਾਂ ਪ੍ਰੈਸ ਕਾਨਫਰੰਸ ਸੱਦੀ ਸੀ, ਪਰ ਫਿਰ ਬਾਅਦ ਵਿੱਚ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਅਤੇ ਬਹਾਨਾ ਇਹ ਬਣਾਇਆ ਕਿ ਪਾਰਟੀ ਹਾਈ ਕਮਾਨ ਨੇ ਕਾਂਗਰਸ ਦੇ ਆਗੂਆਂ ਨੂੰ ਦਿੱਲੀ ਬੁਲਾ ਲਿਆ ਹੈ, ਇਸ ਕਰਕੇ ਮੈਂ ਉੱਥੋਂ ਵਾਪਸ ਆ ਕੇ ਫਿਰ ਆਪਣਾ ਪੱਖ ਪੇਸ਼ ਕਰਾਂਗਾ। ਸ਼ਾਇਦ ਉਹਨਾਂ ਦੇ ਕੋਲ ਕੋਈ ਗੱਲ ਕਹਿਣ ਵਾਸਤੇ ਬਹੁਤੀ ਨਿੱਗਰ ਗੱਲ ਜਾਂ ਠੋਸ ਗੱਲ ਨਹੀਂ ਹੋਏਗੀ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਪੱਖ ਪੇਸ਼ ਕਰਨਾ ਉਦੋਂ ਤੱਕ ਇਹਦੇ ਬਾਰੇ ਕੁਛ ਚੀਜ਼ਾਂ ਇਕੱਠੀਆਂ ਕੀਤੀਆਂ ਜਾਣਗੀਆਂ ਜਿਹੜੀਆਂ ਪ੍ਰੈਸ ਵਾਲੇ ਨੂੰ ਦੱਸਣੀਆਂ ਕਿ ਕੀ ਹੋਇਆ ਕੀ ਨਹੀਂ ਹੋਇਆ। ਪਰ ਉਸ ਮੌਕੇ ਦੇ ਉੱਤੇ ਉਹਨਾਂ ਨੇ ਜਦੋਂ ਟਾਲ ਦਿੱਤੀ ਗਈ ਤਾਂ ਉੱਥੋਂ ਵੀ ਇਹ ਗੱਲ ਹੀ ਸਾਬਤ ਹੋਈ ਸੀ ਕਿ ਮਾਮਲੇ ਵਿੱਚ ਕਿਤੇ ਕੁਛ ਗੜਬੜ ਜ਼ਰੂਰ ਹੈ, ਪਰ ਹਕੀਕਤ ਜਿਹੜੀ ਹੈ ਉਹ ਜਦੋਂ ਤੱਕ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਲਗਾਤਾਰ। ਸਾਧੂ ਸਿੰਘ ਧਰਮਸੋਤ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਵੀ, ਜਦੋਂ ਗਿਲਜੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਉਦੋਂ ਵੀ, ਅਤੇ ਜਦੋਂ ਹੁਣ OP ਸੋਨੀ ਦੇ ਖਿਲਾਫ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਤਾਂ ਵੀ ਕਿਹਾ ਜਾ ਰਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖੋਰੀ ਦੇ ਕਾਰਨ ਹੋ ਰਿਹਾ ਹੈ। ਹਕੀਕਤ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਮਾਨ ਸਰਕਾਰ ਜਾਣ ਬੁੱਝ ਕੇ ਬਾਕੀ ਮੰਗਾਂ ਵੱਲੋਂ, ਬਾਕੀ ਚੀਜ਼ਾਂ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਸਿਰਫ ਇਸ ਗੱਲ ਦੇ ਉੱਤੇ ਕੇਂਦਰਿਤ ਕਰਕੇ ਧੜਾ ਧੜ ਪਰਚੇ ਦਰਜ ਕਰ ਰਹੀ ਹੈ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਰਹੇ ਹਾਂ, ਪਰ ਹਕੀਕਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਜਿਹੜਾ ਇੱਕ ਰੇਤਾ ਦੇ ਨਜਾਇਜ਼ ਕਾਰੋਬਾਰ ਦੇ ਸੰਬੰਧ ਵਿੱਚ ਵਿਧਾਇਕ ਜੋਗਿੰਦਰਪਾਲ ਨੂੰ ਫੜਿਆ ਸੀ, ਉਸ ਦੀ ਜ਼ਮਾਨਤ ਵੀ ਹੋ ਗਈ ਹੈ ਔਰ ਉਸਨੇ ਵੀ ਇਹੀ ਦੋਸ਼ ਲਾਇਆ ਕਿ ਮੈਨੂੰ ਸਿਆਸੀ ਕਿੜ ਕੱਢਣ ਵਾਸਤੇ ਫਸਾਇਆ ਜਾ ਰਿਹਾ ਹੈ। ਮੈਂ ਅਜਿਹਾ ਕੁਝ ਵੀ ਨਹੀਂ ਕੀਤਾ। ਜੋ ਕੁਝ ਵੀ ਕਾਰੋਬਾਰ ਉਹਨਾਂ ਦੀ ਪਤਨੀ ਦੇ ਨਾਂ ਦੇ ਉੱਤੇ ਜਿਹੜਾ ਕਰਹਿਰ ਚੱਲ ਰਿਹਾ ਉਹ ਬਿਲਕੁਲ ਜਾਇਜ਼ ਅਤੇ ਲੀਗਲ ਹੈ, ਅਤੇ ਸਰਕਾਰ ਜਾਣਬੁੱਝ ਕੇ ਉਹਨਾਂ ਨੂੰ, ਕਾਂਗਰਸੀ ਨੇਤਾਵਾਂ ਨੂੰ ਪਰੇਸ਼ਾਨ ਕਰ ਰਹੀ ਹੈ ਜੀ। ਅਤੇ ਸੰਧੂ ਸਾਹਿਬ, ਮਾਈਨੋਰਿਟੀਜ਼ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਲਾਲਪੁਰਾ, ਉਹਨਾਂ ਨੂੰ ਭ੍ਰਿਸ਼ਟਾਚਾਰੀ ਦੱਸ ਕੇ ਆਮ ਆਦਮੀ ਪਾਰਟੀ ਵਿਵਾਦਾਂ 'ਚ ਫਸ ਗਈ ਹੈ। ਹੁਣ ਲਾਲਪੁਰਾ ਨੇ ਮਾਨਹਾਨੀ ਦੇ ਨੋਟਿਸ ਭੇਜ ਦਿੱਤੇ ਨੇ। ਆਮ ਆਦਮੀ ਪਾਰਟੀ ਜਿਹੜੀ ਹੈ ਨਾ, ਆਪਾਂ ਜਿਵੇਂ ਗੱਲ ਕੀਤੀ ਹੈ ਕਿ ਬਾਕੀ ਸਾਰੇ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਦੀ ਕਾਰਵਾਈ, ਐਕਸ਼ਨ, ਉਹਨਾਂ ਦੀ ਪ੍ਰਾਪਤੀ ਉਹ ਜਿਹੜੀ ਹੈ ਜ਼ੀਰੋ ਹੈ।
ਆਪਾਂ ਸੰਗਰੂਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਵੀ ਦੇਖ ਲਿਆ ਕਿ ਉੱਥੇ ਸਰਕਾਰ ਕੋਲ ਕਹਿਣ ਵਾਸਤੇ ਕੁਝ ਨਹੀਂ ਸੀ। ਸਰਕਾਰ ਕੋਲ ਕਹਿਣ ਵਾਸਤੇ ਸਿਰਫ ਇੰਨਾ ਸੀ ਕਿ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਅਸੀਂ ਫੜ ਰਹੇ ਹਾਂ, ਉਹਨਾਂ ਨੂੰ ਟੰਗ ਰਹੇ ਹਾਂ, ਸਫਾਇਆ ਕਰ ਦਿਆਂਗੇ। ਦੂਜੇ ਪਾਸੇ ਜਾਂ ਉਹ ਵਾਰ-ਵਾਰ ਇਹ ਕਹਿ ਰਹੇ ਸੀ ਕਿ ਅਸੀਂ ਗੈਂਗਸਟਰਾਂ ਦਾ ਸਫਾਇਆ ਕਰ ਦਿਆਂਗੇ। ਇਹ ਸਾਰੀਆਂ ਸਰਕਾਰਾਂ ਕਹਿੰਦੀਆਂ ਆ ਰਹੀਆਂ। ਅਕਾਲੀ ਦਲ ਵਾਲੇ ਵੀ ਕਹਿੰਦੇ ਸੀ ਗੈਂਗਸਟਰਾਂ ਦਾ ਸਫਾਇਆ ਕਰ ਦਾਂਗੇ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਸੀਗਾ ਕਿ ਸਫਾਇਆ ਕਰ ਦਿਆਂਗੇ। ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਸਫਾਇਆ ਕਰ ਦਿਆਂਗੇ। ਅਤੇ ਇਹਦੇ ਨਾਲ ਇਹ ਹੁੰਦਾ ਹੈ ਕਿ ਕੰਮ ਥੋੜ੍ਹਾ ਕਰਕੇ ਅਤੇ ਉਹਦਾ ਕ੍ਰੈਡਿਟ ਲੈਣ ਦੀ ਫਟਾਫਟ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਦੀਆਂ ਫੋਟੋ ਮੀਡੀਆ ਨੂੰ ਜਾਰੀ ਕੀਤੀਆਂ ਜਾਂਦੀਆਂ ਨੇ। ਇਹ ਮਾਮਲਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਹੋਇਆ ਹੈ ਕਿ ਕੁਛ 3-4 ਲੋਕਾਂ ਦੀ ਫੋਟੋ ਲਾ ਕੇ ਕਿ ਇਹ ਬਹੁਤ ਵੱਡੇ ਰਿਸ਼ਵਤਖੋਰ ਅਤੇ ਭ੍ਰਿਸ਼ਟਾਚਾਰੀ ਨੇ। ਨਾਲ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾਈ ਗਈ ਔਰ ਉਸ ਨੂੰ ਪੋਸਟ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਇਸ ਨੂੰ ਖਤਮ ਕਰਕੇ ਸਾਹ ਲਵਾਂਗੇ। ਇਸ ਤਰ੍ਹਾਂ ਦੇ ਜਿਹੜੇ ਸੀ ਦਮਗੱਜੇ ਉਹ ਵੀ ਮਾਰੇ ਗਏ। ਪਰ ਗਲਤੀ ਇਹ ਹੋਈ ਕਿ ਉਹਦੇ ਉੱਤੇ 3 ਲੋਕਾਂ ਦੀ ਫੋਟੋ ਤਾਂ ਜਿਵੇਂ ਸਾਧੂ ਸਿੰਘ ਧਰਮਸ਼ੋਤ ਦੀ ਲੱਗ ਗਈ, ਵਿਧਾਇਕ ਜੋਗਿੰਦਰਪਾਲ ਦੀ ਲੱਗ ਗਈ, ਸੰਗਤ ਸਿੰਘ ਗਿਲਜੀਆਂ ਦੀ ਲੱਗ ਗਈ, ਅਤੇ ਚੌਥੀ ਜਿਹੜੀ ਸੀ ਉਹ ਲੱਗ ਗਈ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੀ, ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ। ਉਹ ਸਾਬਕਾ IPS ਅਫਸਰ ਨੇ, IG ਦੇ ਅਹੁਦੇ ਤੋਂ ਰਿਟਾਇਰ ਹੋਏ ਨੇ। ਅੰਮ੍ਰਿਤਸਰ ਜਲੰਧਰ ਦੇ ਵਿੱਚ ਉਹ SSP ਰਹਿ ਚੁੱਕੇ ਨੇ। ਜਦੋਂ ਖਾਲਸੇ ਦੀ ਸਿਰਜਣਾ ਦਾ 300 ਸਾਲਾ ਮਨਾਇਆ ਗਿਆ ਸੀ, ਉਸ ਸਾਲ ਉਹਨਾਂ ਨੇ ਗੁਰਬਾਣੀ ਨਾਲ ਸੰਬੰਧਿਤ ਇੱਕ ਪੁਸਤਕ ਵੀ ਲਿਖੀ ਸੀ। ਉਸ ਤੋਂ ਬਾਅਦ ਵੀ ਉਹ ਕਾਫੀ ਚਰਚਾ 'ਚ ਆਏ ਸੀਗੇ ਔਰ ਉਹਨਾਂ ਨੂੰ ਵਿਦਵਾਨਾਂ ਦੀ ਸ਼੍ਰੇਣੀ ਦੇ ਵਿੱਚ ਵੀ ਗਿਣਿਆ ਜਾਂਦਾ ਹੈ। ਔਰ ਇਹਨਾਂ ਨੇ ਉਹਨਾਂ ਦੀ ਫੋਟੋ ਲਾ ਕੇ ਜਿਸ ਢੰਗ ਦੇ ਨਾਲ ਉਹਨਾਂ ਨੂੰ ਮਤਲਬ ਠੇਸ ਲੱਗੀ ਹੈ, ਉਹਨਾਂ ਨੇ ਕਿਹਾ ਸੀਗਾ ਕਿ ਜਾਂ ਤਾਂ ਭਗਵੰਤ ਮਾਨ ਅਤੇ ਕੇਜਰੀਵਾਲ ਜਿਹੜੇ ਨੇ ਉਹ ਇਸ ਮਾਮਲੇ ਦੇ ਉੱਤੇ ਮਾਫੀ ਮੰਗਣ ਸ਼ਰੇਆਮ, ਨਹੀਂ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਜਿਹੜੀ ਆ ਉਹ ਇਹ ਕਹਿ ਰਹੀ ਹੈ ਕਿ ਇਹ ਸਾਰੀ ਗਲਤੀ IT ਵਿਭਾਗ ਦੀ ਹੈ, ਜਿਨ੍ਹਾਂ ਨੇ ਉਹ ਜਿਹੜਾ ਸੀਗਾ ਫੋਟੋ ਬਣਾ ਕੇ ਔਰ ਮੀਡੀਆ ਦੇ ਉੱਤੇ ਉਸ ਨੂੰ ਪੋਸਟ ਕੀਤਾ ਹੈ। ਪਰ ਸਵਾਲ ਇਹ ਹੈ ਕਿ ਇੰਨੀ ਹਫੜਾ ਦਫੜੀ ਦੇ ਵਿੱਚ ਇਹ ਕੰਮ ਕਰਨ ਦੀ ਕੀ ਲੋੜ ਹੈ ਕਿ ਜੇ 3 ਬੰਦੇ ਫੜੇ ਗਏ ਨੇ, ਉਹਨਾਂ ਦੀਆਂ ਸਾਰੇ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਗਈਆਂ, ਸਾਰੇ ਮੀਡੀਆ ਦੇ ਉੱਤੇ ਖਬਰਾਂ ਆ ਗਈਆਂ। ਪਰ ਇਹ ਉਸ ਦਿਨ ਕੀਤਾ ਗਿਆ, ਬਿਲਕੁਲ ਵੋਟਾਂ ਵਾਲੇ ਦਿਨ ਜਾਂ ਉਸ ਤੋਂ 1 ਦਿਨ ਪਹਿਲਾਂ ਇਹ ਸਾਰਾ ਕੁਝ ਪਲਾਨ ਕੀਤਾ ਗਿਆ ਤਾਂ ਕਿ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਾਹਰ ਕਰਕੇ ਸ਼ਾਇਦ ਵੋਟਾਂ ਦੇ ਵਿੱਚ ਸਾਨੂੰ ਕੁਝ ਇਹਦਾ ਫਾਇਦਾ ਮਿਲ ਜਾਵੇਗਾ। ਉਹ ਫਾਇਦਾ ਬਿਲਕੁਲ ਨਹੀਂ ਮਿਲਿਆ। ਉਹ ਤਾਂ ਹਕੀਕਤ ਵਿੱਚ ਕੋਈ ਕਾਰਵਾਈ ਕੀਤੀ ਹੋਵੇ ਔਰ ਲੋਕ ਹਿੱਤ ਵਿੱਚ ਕੋਈ ਕਾਰਵਾਈ ਕੀਤੀ ਹੋਵੇ, ਜਿਹਦੇ ਨਾਲ ਲੋਕਾਂ ਨੂੰ ਕੋਈ ਸੁੱਖ ਸਹੂਲਤ ਮਿਲੀ ਹੈ, ਕੋਈ ਲਾਭ ਮਿਲਿਆ, ਕੋਈ ਫਾਇਦਾ ਮਿਲਿਆ, ਅਤੇ ਫਿਰ ਹੀ ਉਹਦਾ ਫਾਇਦਾ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ। ਪਰ ਇਹ ਜਿਸ ਹਫੜਾ ਦਫੜੀ ਵਿੱਚ ਕਾਹਲੀ ਵਿੱਚ ਇਸ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਲੋਕਪ੍ਰਿਯਤਾ ਜਿਹੜੀ ਹੈ, ਹਲਕੀ ਲੋਕਪ੍ਰਿਯਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦਾ ਹੁਣ ਉਲਟਾ ਅਸਰ ਪੈ ਗਿਆ ਕਿ ਉਹ ਇਕਬਾਲ ਸਿੰਘ ਲਾਲਪੁਰਾ ਨੂੰ ਭ੍ਰਿਸ਼ਟਾਚਾਰੀ ਲਿਖ ਦਿੱਤਾ ਅਤੇ ਉਹਨਾਂ ਨੇ ਫਿਰ ਸਰਕਾਰ ਨੂੰ ਨੋਟਿਸ ਭੇਜ ਦਿੱਤਾ। ਜੀ ਹਾਂਜੀ। ਅਤੇ ਸੰਧੂ ਸਾਹਿਬ, ਹੁਣ ਇਹ ਵੀ ਜਿਹੜੀ ਇੱਕ ਡੀਟੇਲ ਆ ਰਹੀ ਹੈ ਵੀ ਲਾਰੈਂਸ ਬਿਸ਼ਨੋਈ ਨੇ ਕਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਕਤਲ ਦੀ ਸਾਜ਼ਿਸ਼ ਨੂੰ ਸਿਰੇ ਚੜ੍ਹਾਇਆ। ਇਹਦੇ ਵਿੱਚ ਭਰਾ ਅਤੇ ਭਾਣਜੇ ਨੂੰ ਜਾਅਲੀ ਪਾਸਪੋਰਟ 'ਤੇ ਵਿਦੇਸ਼ ਭੇਜਣ ਦਾ ਕੀ ਰੋਲ ਰਿਹਾ ਜੀ? ਲਾਰੈਂਸ ਨੇ ਜੋ ਕੁਛ ਦੱਸਿਆ ਹੈ ਅਤੇ ਜੋ ਕੁਛ ਪੰਜਾਬ ਪੁਲਿਸ ਨੇ ਮੀਡੀਆ ਨੂੰ ਦੱਸਿਆ, ਕਿਉਂਕਿ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਅਤੇ ਜਿਹੜਾ ਪੰਜਾਬ ਦਾ ਜਿਹੜਾ CIA ਸਟਾਫ ਹੈ ਔਰ ਪੰਜਾਬ ਦੀਆਂ ਏਜੰਸੀਆਂ ਨੇ ਜਿਹੜੀਆਂ, ਇਹ 3-4 ਗਰੁੱਪ ਜਿਹੜੇ ਨੇ ਇਹ ਲਾਰੈਂਸ ਬਿਸ਼ਨੋਈ ਤੋਂ ਪਿਛਲੇ ਕਾਫੀ ਦਿਨਾਂ ਤੋਂ ਪੁੱਛਗਿੱਛ ਕਰ ਰਹੇ ਨੇ। 7 ਦਿਨ ਪਹਿਲਾਂ ਪੁੱਛਗਿੱਛ ਕੀਤੀ, ਫਿਰ ਬਾਅਦ 'ਚ 5 ਦਿਨ ਦਾ ਉਹਨਾਂ ਦਾ ਰਿਮਾਂਡ ਜਿਹੜਾ ਸੀ ਉਹ ਹੋਰ ਵਧਾਇਆ ਗਿਆ। ਜੀ ਸੰਧੂ ਸਾਹਿਬ, ਆਪਣੇ ਕੋਲ ਸਮਾਂ ਹੁਣ ਬਹੁਤ ਸੀਮਤ ਹੈ, ਜੇ ਆਪਾਂ ਬਹੁਤ ਜਲਦੀ ਇਸ ਗੱਲ ਨੂੰ ਪੂਰਾ ਸਮਰਾਈਜ਼ ਕਰ ਸਕੀਏ। DGP ਨੇ ਇਹ ਸਾਰਾ ਖੁਲਾਸਾ ਉਹਨਾਂ ਨੇ ਕੀਤਾ ਕਿ ਲਾਰੈਂਸ ਬਿਸ਼ਨੋਈ ਨੇ ਤਾਂ ਪਿਛਲੇ ਸਾਲ ਅਗਸਤ ਦੇ ਵਿੱਚ ਹੀ ਸਾਜ਼ਿਸ਼ ਤਿਆਰ ਕਰ ਲਈ ਸੀ। ਜਨਵਰੀ ਦੇ ਵਿੱਚ ਉਹ ਮਰਡਰ ਕਰਨਾ ਚਾਹੁੰਦੇ ਸੀ, ਉਹ ਨਹੀਂ ਕਰ ਸਕੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਭਰਾ ਅਤੇ ਭਾਣਜੇ ਨੂੰ ਬਾਹਰ ਭੇਜ ਦਿੱਤਾ ਤਾਂ ਕਿ ਜਦੋਂ ਇਸ ਤਰ੍ਹਾਂ ਦਾ ਕੁਝ ਹੋਵੇ ਅਤੇ ਉਹਨਾਂ ਦੇ ਉੱਤੇ ਪੁਲਿਸ ਦਾ ਧਿਆਨ ਨਾ ਜਾਵੇ ਜਾਂ ਉਹ ਨਾ ਫਸ ਜਾਣ। ਉਹਨਾਂ ਨੂੰ ਬਾਹਰ ਭਜਵਾ ਦਿੱਤਾ ਅਤੇ ਬਰਾੜ ਵੀ ਪਹਿਲਾਂ ਹੀ ਬਾਹਰ ਬੈਠਾ ਸੀ। ਇਹਨਾਂ ਤਿੰਨਾਂ ਦੇ ਨਾਲ ਸਾਰੀ ਵਿਉਂਤ ਜਿਹੜੀ ਹੈ ਉਹ ਕਰਕੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। 25 ਮਈ ਨੂੰ ਸ਼ਾਰਪ ਸ਼ੂਟਰਾਂ ਨੇ ਜਾ ਕੇ ਉਸ ਇਲਾਕੇ ਦੇ ਵਿੱਚ ਡੇਰਾ ਲਾ ਲਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਪੁਲਿਸ ਵਾਲਿਆਂ ਨੇ ਕਿ ਲਾਰੈਂਸ ਕੋਲੋਂ ਇਹ ਖੁਲਾਸਾ ਹੋਇਆ ਕਿ ਪਹਿਲਾਂ 27 ਤਰੀਕ ਨੂੰ ਵੀ ਇਹ ਕਤਲਕਾਂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਯਤਨ ਕੀਤਾ ਗਿਆ ਸੀ, ਪਰ ਉਹਦੇ ਵਿੱਚ ਉਹ ਸਫਲ ਨਹੀਂ ਹੋ ਸਕੇ
ਤੇ ਫਿਰ 29 ਮਈ ਨੂੰ ਇਹ ਜਿਹੜਾ ਸੀ ਇਹ ਕਤਲकांड ਇਸ ਨੂੰ ਸਿਰੇ ਚੜਾਇਆ ਗਿਆ। ਹੁਣ ਪੁਲਿਸ ਇਹ ਕਹਿ ਰਹੀ ਹੈ ਕਿ ਜਿਹੜਾ ਉਹਦੇ ਭਰਾ ਦਾ ਭਾਣਜਾ ਹੈ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਉਹਨਾਂ ਦੇ ਖਿਲਾਫ ਵੀ ਬਕਾਇਦਾ ਪਰਚਾ ਦਰਜ ਕਰ ਲਿਆ ਹੈ। ਬਰਾੜ ਦੇ ਖਿਲਾਫ ਪਹਿਲਾਂ ਹੀ ਪਰਚਾ ਦਰਜ ਕੀਤਾ ਆ, ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਸੋ ਇਸ ਤਰ੍ਹਾਂ ਦਾ ਖੁਲਾਸਾ ਜਿਹੜਾ ਉਹ ਕੱਲ੍ਹ ADGP ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨੇ ਉਹਨਾਂ ਨੇ ਕੀਤਾ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਬਹੁਤ ਜਲਦ ਫਿਰ ਗੱਲਬਾਤ ਹੋਏਗੀ। ਹਾਂ, ਧੰਨਵਾਦ ਬਾਸੂ ਜੀ, ਧੰਨਵਾਦ।